ABCD Professional Media. अमृत वेले उठ के नंगे पैर गुरु घर जावा, सब दे कारज रास करो जी एहो करा दुआवा। मेरी अर्ज सुनी हर वारी बाबे सिंह शहीदां ने, सारी संगत तारी बाबे सिंह शहीदां ने, सारी संगत तारी बाबे सिंह शहीदां ने। दुख वेले अरदास करा मैं, सुख वेले शुकराना, हनुमान बाबा जी बख्शो उचिया सुचिया शाना। हर तन ते कृपा हो जांदी आखिर शहीदां दी। मेरे मन मंदिर विच वसदी ए तस्वीर शहीदां दी, मन मंदिर विच वसदी ए तस्वीर शहीदां दी। नाम जपण ते वंड छकण दी कीती रहमत प्यारी, लंगर ला पंगत विच बह के छकदी संगत सारी। नाम जपण ते वंड छकण दी कीती रहमत प्यारी, लंगर ला पंगत विच बह के छकदी संगत सारी। सानू बख्शी नाम खुमारी बाबे सिंह शहीदां ने, सारी संगत तारी बाबे सिंह शहीदां ने, सारी संगत तारी बाबे सिंह शहीदां ने। सिख इतिहास नू दित्ती पछाण निराली सिंघां ने, बुड्ढा दल दी जदों कमांड संभाली सिंघां ने। सिख इतिहास नू दित्ती पछाण निराली सिंघां ने, बुड्ढा दल दी जदों कमांड संभाली सिंघां ने। अणख दे नाल जिउणा है जागीर शहीदां दी। मेरे मन मंदिर विच वसदी ए तस्वीर शहीदां दी, सारी संगत तारी बाबे सिंह शहीदां ने। मन मंदिर विच वसदी ए तस्वीर शहीदां दी। बच्चों, सब तो पहला मेरे नाल फतेह सांझी करो। वाहिगुरू जी का खालसा, वाहिगुरू जी की फतेह। बच्चों, हर साल की तरह तुहानू इस बार भी कुरतामा की यात्रा लिए लैके चले, जिथे तुहानू सिख इतिहास नाल जुड़े गुरुद्वारियां दे दर्शन कराए जाणगे। उत्थे उन्हां गुरुद्वारियां दे इतिहास बारे भी दस्सिया जाएगा। हुण तुसी सारे बच्चे प्यार नाल एक कतार बना के बस विच जाके बैठो। वाहिगुरू जी का खालसा, वाहिगुरू जी की फतेह। ऐसी प्रीत करो मन मेरे, ऐसी प्रीत करो मन मेरे, ऐसी प्रीत करो मन मेरे।
आठ पहर प्रभ जानो नेरे, आठ पहर प्रभ जानो नेरे, जानो नेरे ऐसी प्रीत करो। ਬੱਚਿਓ, ਅੱਜ ਆਪਾਂ ਉਸ ਸਥਾਨ ਤੇ ਜਾ ਰਹੇ ਹਾਂ ਜਿੱਥੇ ਬੁੱਢਾ ਦਲ ਤੇ ਅਕਾਲ ਤਖਤ ਦੇ 7ਵੇਂ ਜਥੇਦਾਰ ਅਮਰ ਸ਼ਹੀਦ ਜਥੇਦਾਰ ਹਨੂਮਾਨ ਸਿੰਘ ਜੀ ਦਾ ਸ਼ਹੀਦੀ ਪ੍ਰਾਪਤ ਸਥਾਨ ਹੈ ਤੇ ਉਸ ਸਥਾਨ ਦਾ ਨਾਮ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਹੈ। ਸਰ, ਬੁੱਢਾ ਦਲ ਦੇ ਪਹਿਲੇ ਜਥੇਦਾਰ ਕੌਣ ਸਨ? ਸਰ, ਬੁੱਢਾ ਦਲ ਬਣਿਆ ਕਿਵੇਂ ਸੀ? ਸਾਹਿਬੇ ਕਮਾਲ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਥੇਬੰਦੀ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਪੰਜਾਬ ਵੱਲ ਭੇਜਿਆ। ਉਸ ਵੇਲੇ ਪੰਜ ਸਿੰਘ ਸਹਿਬਾਨ ਨੂੰ ਬਾਬਾ ਜੀ ਦੇ ਨਾਲ ਤੋਰਿਆ ਗਿਆ। ਹੁਕਮ ਸੀ ਪੰਚੋ ਮੈਂ ਪਰਮੇਸ਼ਰ ਜਾਨ, ਅਤੇ ਇਸੇ ਹੁਕਮ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸਾਰੇ ਦਲ ਖਾਲਸਾ ਨੇ ਹੁਕਮ ਨੂੰ ਮੰਨ ਕੇ ਅੱਗੇ ਤੁਰਨਾ ਸੀ। ਬਾਬਾ ਵਿਨੋਦ ਸਿੰਘ ਜੀ ਨੂੰ ਪੰਜਾਂ ਸਿੰਘਾਂ ਦਾ ਜਥੇਦਾਰ ਥਾਪਿਆ ਗਿਆ ਅਤੇ ਉਹੀ ਬਾਬਾ ਵਿਨੋਦ ਸਿੰਘ ਜੀ ਬਾਅਦ ਵਿੱਚ ਬੁੱਢਾ ਦਲ ਦੇ ਪਹਿਲੇ ਜਥੇਦਾਰ ਹੋਏ। ਬਾਬਾ ਵਿਨੋਦ ਸਿੰਘ ਜੀ ਤੋਂ ਬਾਅਦ ਬਾਬਾ ਦਰਬਾਰਾ ਸਿੰਘ ਜੀ ਨੇ ਪੰਥ ਦੀ ਬਾਗਡੋਰ ਸੰਭਾਲੀ। ਉਹਨਾਂ ਤੋਂ ਬਾਅਦ ਵਿਖੜੇ ਪੈਂਡੇ ਵੇਲੇ ਨਵਾਬ ਕਪੂਰ ਸਿੰਘ ਜੀ ਤੀਜੇ ਜਥੇਦਾਰ ਹੋਏ। ਜਥੇਦਾਰੀ ਮਿਲਣ ਤੋਂ ਬਾਅਦ ਵੀ ਨਵਾਬ ਸਾਹਿਬ ਆਪ ਘੋੜਿਆਂ ਦੀ ਲਿੱਦ ਦੀ ਸੇਵਾ ਕਰਦੇ ਸਨ। ਉਹਨਾਂ ਤੋਂ ਬਾਅਦ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ 45 ਵਰਿਆਂ ਤੱਕ ਕੌਮ ਦੇ ਮਹਾਨ ਜਰਨੈਲ ਬਣ ਕੇ ਉੱਭਰੇ। ਸਰਦਾਰ ਜੱਸਾ ਸਿੰਘ ਜੀ ਤੋਂ ਬਾਅਦ ਬਾਬਾ ਨੈਣਾ ਸਿੰਘ ਜੀ ਨੇ ਪੰਥ ਦੀ ਬਾਗਡੋਰ ਸੰਭਾਲੀ। ਉਹਨਾਂ ਤੋਂ ਬਾਅਦ ਪੰਥ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਜੀ ਨੇ ਬਾਗਡੋਰ ਸੰਭਾਲੀ, ਜਿਨ੍ਹਾਂ ਨੇ ਪੰਥ ਦੀਆਂ ਲਾਡਲੀਆਂ ਫੌਜਾਂ ਨੂੰ ਤੁਰਨ ਲਈ ਅਟਕ ਦਰਿਆ ਨੂੰ ਵੀ ਅਟਕਾ ਦਿੱਤਾ ਸੀ। ਜਥੇਦਾਰ ਅਕਾਲੀ ਫੂਲਾ ਸਿੰਘ ਜੀਆਂ ਤੋਂ ਬਾਅਦ ਦੇਸ਼ ਦੇ ਮਹਾਨ ਜਰਨੈਲ ਬਾਬਾ ਹਨੂਮਾਨ ਸਿੰਘ ਜੀ ਨੂੰ ਬੁੱਢਾ ਦਲ ਦੇ 7ਵੇਂ ਜਥੇਦਾਰ ਬਾਜਿਓ ਥਾਪਿਆ ਗਿਆ ਅਤੇ ਉਹਨਾਂ ਦੇ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਰੋਜ਼ ਨਤਮਸਤਕ ਹੁੰਦੀਆਂ ਹਨ। ਮੋਹਨ ਤੇਰੇ ਉੱਚੇ ਮੰਦਰ, ਮੋਹਨ ਤੇਰੇ ਉੱਚੇ ਮੰਦਰ, ਉੱਚੇ ਮੰਦਰ ਮਹਿਲੇ ਅਪਾਰਾ, ਉੱਚੇ ਮੰਦਰ ਮਹਿਲੇ ਅਪਾਰਾ, ਮੋਹਨ ਤੇਰੇ ਉੱਚੇ ਮੰਦਰ, ਮੋਹਨ ਤੇਰੇ ਉੱਚੇ ਮੰਦਰ, ਉੱਚੇ ਮੰਦਰ ਮਹਿਲੇ ਅਪਾਰਾ, ਉੱਚੇ ਮੰਦਰ ਮਹਿਲੇ ਅਪਾਰਾ, ਮੋਹਨ ਤੇਰੇ ਉੱਚੇ ਮੰਦਰ, ਮੋਹਨ ਤੇਰੇ ਉੱਚੇ ਮੰਦਰ। ਸਰ ਜੀ, ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ? ਬੱਚਿਓ, ਧੰਨ ਧੰਨ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ 18 ਮੱਘਰ ਸੰਨ 1755 ਨੂੰ ਮਾਤਾ ਹਨਾਮ ਕੌਰ ਦੀ ਭਾਗੀ ਕੁੱਖ ਤੇ ਪਿਤਾ ਸਰਦਾਰ ਗਰਜਾ ਸਿੰਘ ਜੀ ਦੇ ਘਰ ਪਿੰਡ ਨਾਰੰਗਪੁਰ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਬਾਬਾ ਜੀ ਚੌਂਕੜਾ ਮਾਰ ਕੇ ਬਿਰਤੀ ਨੂੰ ਇਕਾਗਰ ਕਰਕੇ ਉਸ ਪ੍ਰਭੂ ਦੇ ਸਿਮਰਨ ਵਿੱਚ ਬੈਠ ਜਾਂਦੇ ਸੀ। ਉਹਨਾਂ ਦੇ ਜਨਮ ਦੀ ਸਿਫਤਸਲਾ ਕਰਦਿਆਂ ਇੱਕ ਕਵੀ ਨੇ ਵੀ ਆਖਿਆ, ਅਮਰ ਸ਼ਹੀਦ ਤਨ ਬਾਬਾ ਹਨੂਮਾਨ ਸਿੰਘ, ਬੁੱਢਾ ਦਲ ਜਥੇਦਾਰ 7ਵਾਂ ਕਹਾਇਆ ਹੈ। ਗਰਜਾ ਸਿੰਘ ਬਾਠੀ ਉਤੇ ਮਿਹਰ ਨਜ਼ਰ ਦੀ ਹੋਈ,
ਹੋਇਆ ਚਿਹਰੇ ਦਾ ਰੰਗ ਲਾਲ ਦੂਣ ਸਵਾਇਆ ਹੈ। ਸੁੱਖਾਂ ਲੱਦੀ ਭਾਗਾਂ ਵਾਲੀ ਮਾਤਾ ਹਰਨਾਮ ਕੌਰ, ਜਿਹਦੀ ਅੱਜ ਕੁੱਖੂ ਨੂੰ ਗੁਰਾਂ ਨੇ ਭਾਗ ਲਾਇਆ ਹੈ। ਮੱਘਰ 18 ਤੇ 1755 ਸਨ, ਦਿਨ ਸੰਗਤਾਂ ਲਈ ਖੁਸ਼ੀਆਂ ਤੇ ਭਾਗਾਂ ਵਾਲਾ ਆਇਆ ਹੈ। ਦਿਨ ਸੰਗਤਾਂ ਲਈ ਖੁਸ਼ੀਆਂ ਤੇ ਭਾਗਾਂ ਵਾਲਾ ਆਇਆ ਹੈ। ਆ ਮਾਰਿਆ ਤੇਰੇ ਵਾਲਾ। ਇਹ ਇੱਥੇ ਹੈ। ਉਹ ਇੱਥੇ ਕਿਵੇਂ ਇੱਥੇ ਰਹੂਗਾ ਇਹ? ਉਹ ਜੇ ਨਹੀਂ ਖਿਲਰਦਾ ਘਰ ਨੂੰ ਜਾਓ। ਓਏ ਤੁਸੀਂ ਜਾਓ ਆਪਣੇ ਘਰ ਨੂੰ। ਸਾਫ ਖਿਲਾ ਕੇ ਦਿਆ ਕਰੋ। ਭਾਈ ਆ ਗੱਲ ਤਾਂ ਮਾੜੀ ਹੈ ਤੁਹਾਡੀ ਸਾਰਿਆਂ ਦੀ। ਹੋਰ ਵੀ ਝੰਡਿਆ ਉਹ ਕਿਧਰੋਂ ਝੂਲਦਾ ਹੋਣਾ ਬਈ? ਉਹ ਮੈਂ ਤਾਂ ਮਾੜਾ ਮੋਟਾ ਬੰਬ ਬਰੂਦ ਲੈਣ ਗਿਆ ਸੀ। ਬੰਬ? ਤੈਂ ਕੀ ਵੈਰੀਆਂ ਨਾਲ ਜੰਗ ਲੜਨੀ ਹੈ? ਉਹ ਵੈਰੀਆਂ ਦੀ ਜੰਗ ਕਾਦੀ, ਮੈਂ ਤਾਂ ਆਪਣੇ ਢਿੱਡ ਦੀ ਜੰਗ ਲੜਦਾ ਫਿਰਦਾ। ਉਹ ਨਾਲੇ ਸਿੰਘ ਗੱਡਿਆਂ ਨੂੰ ਬੰਬ ਕਹਿੰਦੇ ਆ। ਉਹ ਮੈਂ ਤਾਂ ਤੁਹਾਡੇ ਨਾਲ ਠਿੱਠ ਕਰਦਾ। ਓਏ ਨਾਲੇ ਸਮੇਂ ਦੇ ਹਾਕਮ ਲੋਕਾਂ ਨੂੰ ਨਸ਼ੇ ਲਾਉਣੇ ਚਾਹੁੰਦੇ ਨੇ, ਪਰ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਲੱਗ ਜਵੇ ਵਾਹਿਗੁਰੂ ਉਹ ਦੁਨਿਆਵੀ ਨਸ਼ੇ ਕਾਹਨੂੰ ਲਾਉਂਦਾ ਹੈ? ਉਹ ਸਤਿ ਸ੍ਰੀ ਅਕਾਲ ਭਰਾਵੋ। ਸਤਿ ਸ੍ਰੀ ਅਕਾਲ। ਰਾਮ ਸਿੰਘ ਕਿੱਥੇ ਚੱਲਿਆ ਬਈ ਇੰਨਾ ਖੁਸ਼ੀ ਖੁਸ਼ੀ ਚ? ਉਹ ਭਾਈ ਗੱਲ ਹੀ ਖੁਸ਼ੀ ਦੀ ਹੈ। ਭਾਈ ਗਰਜਾ ਸਿੰਘ ਦੇ ਘਰੇ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ। ਪੁੱਤ ਦੀ ਦਾਤ ਬਖਸ਼ੀ ਹੈ ਮਹਾਰਾਜ ਨੇ। ਉੱਥੇ ਵਧਾਈਆਂ ਦੇਣ ਚੱਲਿਆ। ਆਓ ਸਾਰੇ ਚੱਲੀਏ। ਆਪਾਂ ਵੀ ਜਾ ਕੇ ਵਧਾਈ ਦਈਏ ਸਾਰੇ ਜਾ ਕੇ। ਚਲੋ ਆਪਾਂ ਵੀ ਦੇ ਆਈਏ ਵਧਾਈਆਂ। ਹਾਂ ਕਿਉਂ ਨਹੀਂ ਕੋਈ। ਚੱਲ ਬਈ ਰਾਮ ਸਿੰਘ ਚੱਲ। ਬਈ ਉਹ ਹਰ ਵੇਲੇ ਗੁਰੂ ਘਰ ਚ ਧਿਆਨ ਰੱਖਦੇ ਸੀ। ਭਾਈ ਫਲ ਜਿਹੜੇ ਨੀਵੇਂ ਰੁੱਖਾਂ ਨੂੰ ਲੱਗਦੇ ਆ। ਉਹ ਸਿੰਬਲਾ ਤੂੰ ਮਾਨ ਨਾ ਕਰੀ। ਨਾ ਜੀ ਨਾ। ਉਹ ਤੇਰੇ ਵਾਂਗੂ ਨਹੀਂ ਬਈ 5 ਆਨੇ ਦਾ ਮੱਥਾ ਟੇਕ ਲਿਆ ਤੇ 10 ਮੁਰਾਦਾਂ ਮੰਗ ਲੀਆਂ। ਅੱਛਾ ਸਤਿ ਸ੍ਰੀ ਅਕਾਲ ਲਾਣੇਦਾਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਕਿਹਾ ਅੱਜ ਵੱਡੀਆਂ ਰੌਣਕਾਂ ਲੱਗੀਆਂ ਨੇ, ਕਿਸੇ ਦਾ ਵਿਆਹ ਹੈ ਕਿ ਮੰਗਣਾ? ਅਸੀਂ ਵੀ ਵਧਾਈਆਂ ਲੈ ਆਈਏ। ਉਹ ਸਾਰਾ ਦਿਨ ਵਧਾਈਆਂ ਦੇ ਸੁਪਨੇ ਲਈ ਜਾਂਦਾ, ਕੋਈ ਕੰਮ ਧੰਦਾ ਵੀ ਕਰ ਲਿਆ ਕਰ। ਉਹ ਲਾਣੇਦਾਰਾ, ਅਸੀਂ ਤਾਂ ਵਧਾਈਆਂ ਲੈ ਕੇ ਢਿੱਡ ਭਰਨਾ ਹੈ, ਬੱਚੇ ਪਾਲਣੇ ਨੇ, ਸਾਡੇ ਕੋਈ ਹਾਲ ਚੱਲਦੇ ਨੇ। ਓਏ ਮੀਰ ਆਲਮਾ, ਅੱਜ ਸਰਦਾਰ ਗਰਜਾ ਸਿੰਘ ਦੇ ਘਰ ਈਸ਼ਵਰ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਉਸ ਦੇ ਘਰ ਚੱਲੇ ਆ, ਉਸ ਨੂੰ ਵਧਾਈਆਂ ਦੇਣ। ਆ ਜਾ ਜੇਕਰ ਤੂੰ ਵੀ ਜਾਣਾ। ਚੱਲ ਤੂੰ ਵੀ ਸਾਡੇ ਨਾਲ। ਚਲੋ ਮੈਂ ਵੀ ਆਂਦਾ ਤੁਹਾਡੇ ਨਾਲ। ਓਏ ਆ ਜਾ ਆ ਜਾ। ਸ਼ੁਕਰ ਹੈ ਡਾਢਿਆ ਰੱਬਾ ਸੁਣ ਲਈ ਗਰੀਬਾਂ ਦੀ। ਮਾਤਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ। ਬੈਠੋ ਆਸੀਸ। ਸਰਦਾਰ ਗਰਜਾ ਸਿੰਘ ਜੀ, ਭਚੰਗੀ ਦੇ ਜਨਮ ਤੇ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ। ਤੁਹਾਨੂੰ ਵੀ ਲੱਖ ਲੱਖ ਵਧਾਈਆਂ ਹੋਣ। ਅਕਾਲ ਪੁਰਖ ਦੀ ਅਪਾਰ ਕਿਰਪਾ ਹੋਈ ਹੈ। ਵਾਹਿਗੁਰੂ ਜੀ ਪਿਆਰਿਆਂ ਨੂੰ ਸਮੁੰਦਰ ਛਕਾਓ। ਸਤਵਚਨ। ਮਾਤਾ ਕੀ ਆਸੀਸ। ਬੂਟਾ ਮਾਤਾ ਕੀ ਆਸੀਸ। ਜਾਓ ਹੋਰ ਲਿਆਓ। ਛਕੋ ਛਕੋ ਵਾਹਿਗੁਰੂ ਜੀ। ਜਿਸ ਸਿਮਰਤ ਸਭ ਕਿਲ ਵਿਖਨਾਸ ਹੈ। ਲਿਆਓ ਜੀ ਲਿਆਓ, ਇੱਧਰ ਵੀ ਲਿਆਓ। ਹੋਏ ਉਦਾਰ। ਮਿੱਠਾ ਵੀ ਲੈ ਕੇ ਆਓ। ਜਾਓ। ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਪੁੱਤਾ ਮਾਤਾ ਕੀ ਆਸੀਸ। ਪੁੱਤਾ ਛਕੋ ਜੀ ਛਕੋ। ਮਾਤਾ ਕੀ ਮੂੰਹ ਮਿੱਠਾ ਕਰੋ ਜੀ। ਉਧਰ ਵੀ ਮੂੰਹ ਮਿੱਠਾ ਕਰਾਓ ਜੀ। ਵਾਹ ਜੀ ਵਾਹ। ਨਾ ਕੀ ਸੋਚਿਆ ਸੋਨੇ ਜੇ ਭਚੰਗੀ ਦਾ? ਚਾਚਾ ਜੀ, ਅੱਜ ਸਵੇਰ ਦੇ ਹੁਕਮਨਾਮੇ ਵਿੱਚ ਪਹਿਲਾ ਅੱਖਰ ਹਾਹਾ ਸੀ, ਸੋ ਅਸੀਂ ਬੱਚੇ ਦਾ ਨਾਮ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਨੂਮਾਨ ਸਿੰਘ ਰੱਖਿਆ ਹੈ। ਭਰਾ ਜੀ, ਇਸ ਬਾਲਕ ਦਾ ਨਾਂ ਇਸ ਦੇ ਗੁਣਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਸਰਦਾਰ ਗਰਜਾ ਸਿੰਘ ਜੀ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ। ਬੱਚੇ ਦਾ ਨਾਮ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਵਾਕ ਦੇ ਵਿੱਚੋਂ ਬਹੁਤ ਹੀ ਸੁੰਦਰ ਰੱਖਿਆ ਗਿਆ ਹੈ।
ਆ ਭਾਗ ਲੱਗੇ ਰਹਿਣ, ਦੁੱਧ ਨੂੰ ਜਾਗ ਲੱਗੇ ਰਹਿਣ, ਖੇਤਾਂ ਨੂੰ ਸਾਗ ਲੱਗੇ ਰਹਿਣ, ਲਾਣੇਦਾਰਾਂ ਦੀ ਖੈਰ, ਸਿਰ ਦੁਖੇ ਨਾ ਪੈਰ, ਆ ਪਾਓ ਮਰਾਸੀ ਨੂੰ ਵੀ ਖੈਰ। ਵਾਹ ਮਰਾਸੀ ਆ ਗਿਆ ਤੂੰ। ਖੜ ਜਾ ਮਰਾਸੀਆ ਪਾਉਨੇ ਆ। ਆ ਮੈਂ ਕਿਹਾ ਲਾਣੇਦਾਰਾ 2 ਲੱਡੂ ਵੀ ਲੈ ਆਈ। ਆਹੋ ਲਿਆਉਂਦੇ ਆ। ਆ ਸਰਦਾਰ ਜੀ ਇੱਕ ਦੀ ਭੇਲੀ ਵੀ ਲਿਆਈ। ਉਹ ਲਿਆਉਂਦੇ ਆ। ਕੋਈ ਲੀੜਾ ਲੱਥਾ ਹੋਵੇ ਉਹ ਵੀ ਲੈ ਕੇ ਮਰਾਸੀਆ ਸਾਹ ਤਾਂ ਲੈ ਲੈ। ਖੈਰ ਹੋਵੇ ਰੰਗ ਭਾਗ ਲੱਗੇ ਰਹਿਣ। ਸਤਿਗੁਰਾਂ ਨੇ ਕਿਹਾ ਸੱਚੇ ਮਨ ਨਾਲ ਕੀਤੀ ਸੇਵਾ ਕਦੇ ਅਜਾਈ ਨਹੀਂ ਜਾਇਆ ਕਰਦੇ। ਹਾਂ ਭਾਈ ਜੀ, ਗੁਰੂ ਮਹਾਰਾਜ ਦੀ ਨੇਰ ਸਵੇਰ ਮਿਹਰ ਹੋ ਹੀ ਜਾਂਦੀ ਹੈ। ਉਹ ਹੁਣ ਮੈਂ ਵੀ ਦੇਖ ਰਿਹਾ ਕਿ ਗੁਰੂ ਮਹਾਰਾਜ ਦੀ ਸਵੱਲੀ ਨਜ਼ਰ ਕਦੋਂ ਮੇਰੇ ਤੇ ਹੋਊ। ਨਾ ਲਾਣੇਦਾਰਾ ਤੇਰੇ ਤੇ ਐ ਕਿਵੇਂ ਗੁਰੂ ਮਹਾਰਾਜ ਦੀ ਮਿਹਰ ਸਵੱਲੀ ਹੋਊ। ਕੋਈ ਖਿੱਸਾ ਹੌਲਾ ਕਰ ਹੈ, ਗਰੀਬਾਂ ਨੂੰ ਖੈਰ ਪਾ ਤਾਂ ਕਿਤੇ ਉੱਪਰ ਵਾਲੇ ਦੀ ਮਿਹਰ ਹੋਊ। ਲੈ ਦਵਾ ਤੈਨੂੰ ਕੌਡੀਆਂ। ਓਏ ਆਪਣਾ ਸਮਾਂ ਲੰਘ ਜੇ ਇੰਨਾ ਥੋੜਾ। ਉਹ ਚੱਲ ਮੀਰ ਆਲਮਾ, ਬਥੇਰੀਆਂ ਬਖਸ਼ੀਆਂ ਨੇ ਤੇਰੇ ਤੇ ਗੁਰੂ ਮਹਾਰਾਜ ਦੀਆਂ। ਓ ਲਾਣੇਦਾਰਾ ਨਿੱਤਾਂ ਨੂੰ ਮਰਾਦਾਂ ਲੱਗਦੀਆਂ ਨੇ, ਜਿਨ੍ਹਾਂ ਨੇ ਦੇਣਾ ਹੁੰਦਾ ਵੇਖਾਂ ਕਿਵੇਂ ਝੋਲੀਆਂ ਭਰ ਲਿਆਉਂਦੇ ਨੇ। ਆ ਜੂੰਦੇ ਵਸਦੇ ਰਹੋ ਸਰਦਾਰ ਜੀ, ਆ ਜਾਓ ਲੰਘਿਓ। ਮੈਂ ਕਿਹਾ ਕੋਈ ਲੀੜਾ ਲੱਤਾ ਵੀ ਲਿਆਉਂਦੇ। ਸਰਦਾਰ ਜੀ ਬੱਚਾ ਤੇ ਪਰਿਵਾਰ ਦੀ ਖੈਰ ਹੋਵੇ, ਮਾਲਕ ਖੁਸ਼ੀਆਂ ਬਖਸ਼ੇ, ਰੰਗ ਭਾਗ ਲਾਵੇ। ਜਿਉਂਦੇ ਵਸਦੇ ਰਹੋ ਸਰਦਾਰ ਜੀ, ਤੁਹਾਡੇ ਦਰ ਖੇੜੇ ਨੂੰ ਭਾਗ ਲੱਗਿਆ ਰਵੇ। ਚੰਗਾ ਜੀ, ਜਿਉਂਦੇ ਵਸਦੇ ਰਹੋ, ਭਾਗ ਲੱਗਿਆ ਰਹੇ। ਭਰਾ ਜੀ ਤੁਹਾਡੇ ਦੋਵਾਂ ਜੀਆਂ ਦੀ ਅਣਥੱਕ ਸੇਵਾ ਤੇ ਅਟੁੱਟ ਭਗਤੀ ਦੇ ਸਦਕਾ ਅਕਾਲ ਪੁਰਖ ਨੇ ਸੋਨੇ ਜੇ ਪਚੰਗੀ ਨੂੰ ਇਸ ਸੰਸਾਰ ਉੱਤੇ ਕਿਸੇ ਮਹਾਨ ਕਾਰਜ ਨੂੰ ਸੰਪੂਰਨ ਕਰਨ ਵਾਸਤੇ ਭੇਜਿਆ। ਈਸ਼ਵਰ ਇਸ ਨੂੰ ਸਮਰੱਥਾ ਬਖਸ਼ੇ। ਪੁਰੋਹਿਤ ਜੀ ਤੁਸੀਂ ਬਿਲਕੁਲ ਦਰੁਸਤ ਕਹਿੰਦੇ ਹੋ। ਇਹ ਸਭ ਤਾਂ ਤੁਹਾਡੇ ਵੱਡਿਆਂ ਦੀਆਂ ਅਸੀਸਾਂ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਹੈ ਜੀ। ਚੰਗਾ ਜੀ, ਚੰਗਾ ਜੀ, ਚੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਾ ਭਜੋ ਜਗਦੀਸ਼ ਬੂਟਾ ਮਾਤਾ ਕੀ ਆਸੀ। ਸਰ ਜੀ ਬਾਬਾ ਜੀ ਦਾ ਬਚਪਨ ਵੀ ਆਮ ਬੱਚੇ ਵਾਂਗ ਹੀ ਬੀਤਿਆ ਸੀ। ਹਾਂ ਪੁੱਤਰ ਜੀ, ਬਚਪਨ ਤਾਂ ਆਮ ਬੱਚਿਆਂ ਵਰਗਾ ਹੀ ਸੀ, ਪਰ ਉਹਨਾਂ ਦੀਆਂ ਗੱਲਾਂ ਅਤੇ ਖੇਡਾਂ ਨਿਰਾਲੀਆਂ ਸਨ। ਭਾਗਾਂ ਵਾਲੀ ਗੁਰੂ ਘਰ ਦੀ ਅਪਾਰ ਕਿਰਪਾ ਹੋਈ ਹੈ। ਮਾਲਕ ਨੇ ਸੋਹਣੇ ਜਿਹੇ ਲਾਲ ਨੂੰ ਸਾਡੀ ਝੋਲੀ ਪਾਇਆ। ਮੈਂ ਤਾਂ ਕਹੂੰਗੀ ਜੀ ਇਹ ਤੁਹਾਡੀ ਨਿਸ਼ਕਾਮ ਸੇਵਾ ਦਾ ਫਲ ਹੈ। ਤੁਸੀਂ ਮੈਨੂੰ ਸੇਵਾ ਦਾ ਇਹੋ ਜਿਹਾ ਉਤਸ਼ਾਹ ਬਖਸ਼ਿਆ ਕਿ ਹੁਣ ਮੈਨੂੰ ਘਰ ਨਾਲੋਂ ਵੱਧ ਗੁਰਦੁਆਰਾ ਸਾਹਿਬ ਜਾ ਕੇ ਸ਼ਾਂਤੀ ਮਿਲਦੀ ਹੈ। ਉਹ ਭਲੀਏ ਲੋਕੇ, ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਆਪਣੇ ਪਿਤਾ ਦੀ ਦਿੱਤੀ ਹੋਈ ਮਾਇਆ ਸੇਵਾ ਭਾਵ ਵਿੱਚ ਲਾ ਕੇ ਸਾਨੂੰ ਇਹੋ ਤਾਂ ਸਿਖਾਇਆ ਸੀ ਕਿ ਸਾਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਮਿਲਦਾ ਹੈ। ਜੇਕਰ ਅਸੀਂ ਨੇਕ ਕਮਾਈ ਕਰੀਏ ਤਾਂ ਉਸ ਦਾ ਫਲ ਅਗਲੇ ਜਨਮਾਂ ਵਿੱਚ ਜ਼ਰੂਰ ਮਿਲਦਾ ਹੈ। ਅੰਮ੍ਰਿਤ ਵੇਲੇ ਬੋਲਿਆ ਕਬੀਰਾ, ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਬਿਲਕੁਲ ਸੱਚ ਆਖਦੇ ਹੋ ਜੀ। ਚੰਗੇ ਪਾਸੇ ਲਾਉਣ ਦੀ ਵੀ ਉਸੇ ਦੀ ਬਖਸ਼ਿਸ਼ ਹੁੰਦੀ ਹੈ, ਨਹੀਂ ਜੀਵ ਤਾਂ ਸੰਸਾਰੀ ਮੋਹ ਮਾਇਆ ਦੇ ਬੰਧਨਾਂ ਵਿੱਚ ਬਚ ਕੇ ਹੀ ਰਹਿ ਜਾਂਦਾ ਹੈ। ਹੁਣ ਆਪਣਾ ਪੁੱਤਰ ਹਨੂਮਾਨ ਸਿੰਘ ਵੀ ਸਿਆਣਾ ਹੁੰਦਾ ਜਾ ਰਿਹਾ ਹੈ। ਤੁਸੀਂ ਉਸ ਨੂੰ ਆਪਣੇ ਨਾਲ ਲਿਜਾ ਕੇ ਸੇਵਾ ਵਾਲੇ ਪਾਸੇ ਲਾਓ ਤਾਂ ਜੋ ਉਹ ਹੋਰ ਵੀ ਗੁਰੂ ਘਰ ਨਾਲ ਜੁੜ ਸਕੇ। ਮੈਂ ਤਾਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਦੱਸਣੀ ਸੀ, ਪਰ ਵੇਲ ਹੀ ਨਹੀਂ ਲੱਗਿਆ। ਕੀ ਹੋਇਆ ਭਗਵਾਨ ਨੇ? ਦੂਜਿਆਂ ਦੇ ਬੱਚੇ ਤਾਂ ਗੁਰਦੁਆਰਾ ਸਾਹਿਬ ਜਾ ਕੇ ਖੇਡਦੇ ਰਹਿੰਦੇ ਨੇ, ਪਰ ਆਪਣੇ ਲਾਲ ਤੇ ਅਕਾਲ ਪੁਰਖ ਦੀ ਅਪਾਰ ਕਿਰਪਾ ਹੋਈ ਹੈ। ਉਹ ਤਾਂ ਗੁਰੂ ਮਹਾਰਾਜ ਦੀ ਤਾਬਿਆ ਵਿੱਚ ਬੈਠ ਕੇ ਇਉਂ ਸਮਾਧੀ ਲਾ ਲੈਂਦਾ ਜਿਵੇਂ ਕੋਈ ਤਪਸਵੀ ਬੈਠਾ ਹੋਵੇ। ਅੱਛਾ, ਤੈਨੂੰ ਪਤਾ ਪਿਛਲੇ ਦਿਨੀ ਮੈਨੂੰ ਇੱਕ ਸੁਪਨਾ ਆਇਆ ਸੀ ਜਿਸ ਵਿੱਚ ਕੋਈ ਮਹਾਪੁਰਸ਼ ਕਹਿੰਦੇ ਸੀ ਕਿ ਇਹ ਬਾਲ ਤੁਹਾਡੇ ਕੋਲ ਸਾਡੀ ਅਮਾਨਤ ਹੈ। ਇਸ ਨੂੰ ਦਸ਼ਮ ਪਿਤਾ ਨੇ ਹਰ ਤਰ੍ਹਾਂ ਰੱਬੀ ਗੁਣਾਂ ਨਾਲ ਨਵਾਜਿਆ ਹੈ। ਤੁਸੀਂ ਯਕੀਨ ਕਰਨਾ ਜੀ, ਮੈਂ ਤਾਂ ਆਪ ਉਦੋਂ ਬੜੀ ਹੈਰਾਨ ਹੋਈ ਜਦੋਂ ਵੱਡੀ ਉਮਰ ਦੇ ਇਸਤਰੀਆਂ ਤੇ ਪੁਰਸ਼ ਆ ਕੇ ਉਹਦੇ ਪੈਰੀ ਹੱਥ ਲਗਾ ਕੇ ਜਾਂਦੇ ਨੇ। ਇੱਕ ਭਰਾ ਜੀ ਤਾਂ ਦੱਸਦੇ ਸੀ ਕਿ ਉਹਨਾਂ ਦੇ ਘਰ ਸੰਤਾਨ ਨਹੀਂ ਸੀ, ਪਰ ਉਹਨਾਂ ਨੇ ਇਹਨਾਂ ਛੋਟੇ ਬਾਬਾ ਜੀ ਤੋਂ ਮੰਗ ਕੀਤੀ ਤੇ ਮਾਲਕ ਨੇ ਉਹਨਾਂ ਦੀ ਝੋਲੀ ਵਿੱਚ ਪੁੱਤਰੀ ਦੀ ਦਾਤ ਪਾਈ। ਮੈਂ ਤਾਂ ਕਹਿੰਦਾ ਅਸੀਂ ਬਹੁਤ ਕਿਸਮਤ ਵਾਲੇ ਆ ਕਿ ਰੱਬ ਨੇ ਸਾਨੂੰ ਇਹੋ ਜਿਹੀ ਔਲਾਦ ਦਿੱਤੀ। ਉਹ ਭਰਾ ਜੀ ਦੱਸਦੇ ਸੀ ਜਦੋਂ ਉਹਨਾਂ ਦੇ ਘਰ ਪੁੱਤਰੀ ਦਾ ਜਨਮ ਹੋਇਆ ਤਾਂ ਉਹਨਾਂ ਨੇ ਉਹਦਾ ਨਾਮ ਅਸੀਸਦੀਪ ਕੌਰ ਰੱਖਿਆ। ਵਾਹਿਗੁਰੂ ਵਾਹਿਗੁਰੂ, ਤੇਰੀਆਂ ਤੂੰ ਹੀ ਜਾਣੇ, ਸੱਚੇ ਪਾਤਸ਼ਾਹ ਮਿਹਰ ਕਰੀ। ਇਹ ਤਾਂ ਜੀ ਪਿਛਲੇ ਚੰਗੇ ਕਰਮਾਂ ਦਾ ਫਲ ਹੈ।
हे वाहिगुरू सच्चे पातशाह। ਸਾਰੇ ਪਿੰਡ ਵਿੱਚ ਦੀਪਮਾਲਾ ਕਰਕੇ ਪਿੰਡ ਵਾਲਿਆਂ ਨੇ ਬਾਲਕ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ। ਬਾਲਕ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਤੋਂ ਹੀ ਉਹਨਾਂ ਨੂੰ ਗੁਰਬਾਣੀ ਦੀਆਂ ਗੁਰਤੀਆਂ ਦਿੱਤੀਆਂ ਗਈਆਂ ਤੇ ਜਦੋਂ ਬਾਬਾ ਜੀ ਤੁਰਨ ਫਿਰਨ ਦੇ ਸਮਰੱਥ ਹੋਏ ਤੇ ਉਹਨਾਂ ਨੂੰ ਗੁਰਧਾਮਾਂ ਦੀ ਸੇਵਾ ਨਾਲ ਜੋੜ ਦਿੱਤਾ ਗਿਆ। ਬਚਪਨ ਤੋਂ ਕੀਤੀ ਉਹਨਾਂ ਦੀ ਨਿਰੋਲ ਸੇਵਾ ਤੇ ਸਿਮਰਨ ਨੇ ਉਹਨਾਂ ਦੇ ਜੀਵਨ ਉੱਤੇ ਇੱਕ ਡੂੰਘਾ ਅਸਰ ਪਾਇਆ। हम बारक तो सरनाए जिया प्रभ आपे पैज रखाए जियो प्रभ आपे पैज रखाए जियो। बाबा जी मेरे ते भी कृपा करो, मैं बहुत दुखी हाँ बाबा जी, मैनू भी आशीर्वाद दियो। भगता मैं आशीर्वाद देने वाला कौन हुना? मैं तो आप इस मालिक दे दर दा मंगता। जे कुछ मंगना ही है तो उस कोल मंग जो कदे भी दाता देंदा नहीं थकदा, देंदा दे लैंदे थक पाए, जुगा जुगंतर खाई खाए। जा अंदर जाके अरदास कर, ਉਹੀ ਤੇਰਾ ਬੇੜਾ ਪਾਰ ਲਾਉਣਗੇ। ਚਲੋ ਬੱਚੋ ਚਲੋ ਚਲੋ ਸ਼ਾਬਾਸ਼ ਚਲੋ। ਭਗਤਾ ਤੇਰਾ ਰੋਗ ਇਹਨਾਂ ਵੱਧ ਕਿਵੇਂ ਗਿਆ? ਕੀ ਦੱਸਾਂ ਬਾਬਾ ਜੀ, ਸਿੰਘ ਸ਼ਹੀਦਾਂ ਦੇ ਅਸਥਾਨ ਤੇ ਆਉਣ ਤੋਂ ਪਹਿਲਾਂ ਮੈਂ ਪਖੰਡੀ ਸਾਧਾਂ ਕੋਲੇ ਆਪਣਾ ਇਲਾਜ ਕਰਾਉਣ ਲਈ ਜਾਂਦਾ ਹੁੰਦਾ ਸੀ। ਓਏ ਭੋਲਿਆ, ਓਏ ਪਖੰਡੀ ਸਾਧ ਵੀ ਅੱਜ ਤੱਕ ਕਦੀ ਕਿਸੇ ਦਾ ਇਲਾਜ ਕਰ ਸਕੇ ਨੇ? ਬਸ ਬਾਬਾ ਜੀ ਸਵਾਹ ਦੀਆਂ ਪੁੜੀਆਂ ਦੇ ਕੇ ਤੋਰ ਦਿੰਦੇ ਹੁੰਦੇ ਸੀ। ਮੇਰੇ ਕੋਲੋਂ ਹਜ਼ਾਰਾਂ ਰੁਪਈਆ ਲੈ ਕੇ ਖਾ ਗਏ ਤੇ ਮੈਨੂੰ ਕੰਗਾਲ ਕਰ ਛੱਡਿਆ। ਜੇ ਮੈਂ ਪਹਿਲਾਂ ਹੀ ਇਸ ਪਵਿੱਤਰ ਸਥਾਨ ਨਾਲ ਜੁੜਿਆ ਹੁੰਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ। ਓਏ ਨਾ ਪਖੰਡੀਆਂ ਨੇ ਤਾਂ ਸਾਰਾ ਸੰਸਾਰ ਲੁੱਟ ਕੇ ਖਾ ਲਿਆ। कुड़े बचनिया कर रही है नी आजा लंघ, हमें केड़ा तड़के तड़के कनेडा जान लग रही है। आ ले तो भी फूकला घुट चाह की। ना भैना हमें तो चाह ना पीवा। क्यों? आग लगड़ी क्या कहा एसटीडी बहुत बने। चल छड, आ होर सुना कोई ग्रां की बातां। ग्रां की बातां क्या बताऊं? ग्रां की बातां पता नहीं कल की बात थी, पता नहीं परसों की। परसों क्यों होनी है? कल तक ग्रां में कोई बात ना हुई। कुड़े पता नहीं सीतो कहा थी, पता नहीं परसिन्नी कहा थी। परसिन्नियों करा करा ऐसी बातें, सीतो ना करा। पता नहीं जागर की बात है, पता नहीं छज्जू की। छज्जू की वो बात होनी है। आ जागरता 1 रुपया लेके ना बोला। निरंजन जब बाबा खोपड़ी वाला दिल दा काला फेर दा माला बीबी बोलना बाला। माया जीता ए जैला ओ भर दे बीबी कणक दा थैला। ओए खर्चा पहला सादा ले ला। यो यो हां बीबा इस घर विच की बनाया अज फिर? बाबा जी अजे ता मसा सलाई बनाई है। ओहो ओ बीबा बाबे पुछदे ने घर च खान नु की बनाया? बाबा जी घर च बनया कद्दू। कद्दू ता फिर बाबा आ जाए इत्थे ही गज्जू। बाबा जी हमें तो पुंजे ही बह गए। उरा बैठो मंजे ते। ना ना बीबी बाबियां नु बहुता सिर ते नहीं चढ़ाईदा, ये ता पहले ही बथेरा पुत्तरिया फिरदा। आ बह गए बाबे। इस घर विच होर की बनाया? होर बाबा जी बनया कड़ा। हाँ लिया फिर भोरा बाबिया नु भी पा। नी बचनी है जो तो बथेरी चंगी है बाबा जी। एक घर वाला शराब बहुत पीवे। दारू दा तां साडा बाबा भी बड़ा शकीन है। मैनू ये लगदा बई सडारां दी ताजी ताजी जमीन बेकी लगदी है। बाबा जी कोई उपाय करो, मारे कर्मां ते कलेश कड्डो। उपाय ते तेरा कर दांगे बचनी, पर तैनू बाबियां दे वचन मनने पैणे आ। की वचन बाबा जी? तैनू चढ़ावा चढ़ाना पैना। हुक्म तो करो बाबा जी। हुक्म भी करते हैं।
एक अध मरे बंदे दी खोपड़ी, काले कुत्ते दी सीधी पूछ दे चिट्टे 7 बाल, भेड़ दा दुध, 7 बोतलां दारू दियां अंग्रेजी पीटर स्कॉट, एक लाल कलगी वाला कुकड़ू कुड़ू मुर्गा। इन्ने पैसे जो कित्थों देवे बाबा जी? इक घर वाला तां फूटी कौडी ना देवे। अलग ऐ कर दिया फिर बीबा, उक्का सुक्का सौदा मुका लेने। तुसी फिर ऐ करो, 7 मीटर कपड़े ते लड़ बन के 5100 रुपया बाबे दे डेरे चढ़ाया मी। जे फिर बाबे थोड़ा फायदा कर देन, गुस्सा तां नहीं करोगे? नहीं बाबा जी, गुस्सा करने वाली केड़ी गल है? ठीक है, जे तुसी किते पेटा ना चढ़ा के आईया तां बाबे गुस्सा कर जाणगे। नहीं नहीं बाबा जी। बीबी माया जीता ए जैला ओ भर दे बीबी कणक दा थैला। अच्छा पहले सादा ले ला। यो यो गग भैने, बाबा पैसे कुछ ज्यादा न मंगा, शराबी तां 1 रुपया भी ना दवा। मैं कित्थों लियावांगी इन्ने पैसे? ओहो, तू क्या बोला? मैं है नी, तेरे लिए तां मेरी जान भी हाजिर है। तू भैन नहीं मेरी? मैं तेरे लेखे किथे दवांगी भैने? लेखा दियां क्या बातां करदी? अपना रिश्ता नहीं कोई? 5100 रुपया मैथों ले ली धारा, बाद में मोड़ दी। बोल। बाबा जी किरपा करो मेरे ते, मेरे घर वाला मैनू कुटदा बहुत है। अलग निरंजन नाले दारू नहीं छड़दा जी। ओ बीबा तू डेरे आउंदी जांदी रहा कर, ओ तेरा घर वाला शराब ता की एक दिन तेनू भी छड़ जू। निरंजन शट अप। ठीक है बाबा जी। ਇਹਦੇ ਕਹਿਣ ਦਾ ਮਤਲਬ ਹੈ ਜੇਕਰ ਅਸੀਂ ਤੇਰੇ ਸਾਰੇ ਦੁੱਖਾਂ ਦੀ दारू खुद आप पी ਲਈਏ, ਗੁੱਸਾ ਤਾਂ ਨਹੀਂ ਕरेंगे? नहीं नहीं बाबा जी, गुस्सा किस गल दा? बीबा तेरा भला हो गया। जय बाबा खोपड़ियां वाले की जय हो, जय हो। ओ कई तार गए कईयां ने तार जाना, बाबेयां दे गाले लग गए प्यारे जी, बाबेयां दे गाले लग गए। जय बाबा खोपड़ियां वाले की। निरंजन बचनी है, तू बचना दी बड़ी पक्की है, एक दिन पहले ही आ गई। हाँ बाबा जी, मेथों मेरे घर वाले की हालत देखी ना जाहा। आ छेती छेती उपाय करो बाबा जी। तेरे तो तेरे घर वाले दी हालत नहीं देखी जाती, ते मैथों तेरी हालत नहीं देखी जाती। ओ बीबा फिर देर ना ला, छेती बाबियां दा हथ गरम करा ताकि बाबियां दा दिमाग गर्म होवे। आ लो बाबा जी। अलग अलग हुण दस बीबा की दुख है तैनू? बाबा जी मेथों मेरे घर वाले की हालत देखी ना जाहा, कोई उपाय करो बाबा जी। जय तेरे आपा दुख मिटा दईए, बोल गुस्सा तो नहीं करेंगे? ना बाबा जी ना, तुसी उपाय करो। अलग 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 आ गया। की आ गया बाबा जी? है काले रंग दा तबीत। हाँ, ओ काला तबीत जिने तेरे घर दे विच पसूड़ी पाई हुई है। बाबा जी ये किने सुट्टिया? अभी दस देने आ किने सुट्टिया। अलग 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 जे बचनिए तैनू ए दस दईए, ए तबीत तेरे घर दे विच किने छुट्टिया, गुस्सा तां नहीं करेंगी? ना बाबा जी ना। करता रहो। हैं? करता रहो बाबा जी? हाँ। ते ओ तां मैनू जमा छोटी भैन वर्गी समझा। इत्थे कोई किसे दा भैन भरा नहीं हैगा, कोई किसे दा चाचा नहीं, कोई किसे दी चाची नहीं, कोई किसे दा ताया नहीं, कोई किसे दी ताई नहीं। इत्थे सब मतलब दे यार ने, सब एक दूजे दे यार ने। दुनिया मतलब दे सब यार ने। ओ नहीं चाहती तेरे घर तरक्की होवे, ओ चाहती है तेरा घर बिक जाए, तेरिया मज्जा बिक जाए, तेरी कार बिक जाए, तेरे घर वाला दारू पीवे। ओ बीबी बाबे बचना दे पूरे पक्के ने पूरे।
अच्छा बाबा जी, जो बात है ताई मारे घर में बार बार गेड़े मारा बाबा जी। कोई ना करतारो चंद्रिये हुणे आवा तेरे घर, हुणे तेनू दसा पता। ऐसे बैठ के वक्त बर्बाद ना कर, जा करतारी दा लाज कर। जय बाबा खोपड़ियां वाले की। अलग निरंजन करतारो चंद्रिये हुण तेनू ता मैं दसा के पता। पानी बीबियां दे सिंह फस गए प्यारे जी, हो बीबियां दे सिंह फस गए मेरे प्यारे, हो बीबियां दे सिंह फस गए बाबा जी, हो बीबियां दे सिंह फस गए। बाबा जो जो का जिने मारियां अखां खोलतियां, जो ही फफे कुटनी जो मारे घर में आवा ना ओही पवाड़े पवावा। अज आ लैन दे मारे घर, अज लाऊं गोड्यां थल्ले। कुड़े बचनी है घर ही है। कुड़े क्या बनाया आज? आजा बनाया सूजी का कड़ाह। ना आ गई तो कड़ाह बनाया सूजी का तेरे वास्ते। कुड़े तो का कही जा, क्या कहा बाबे ने? बाबे ने कहा सत्ता चुल्लिया की स्वाह तेरे सिर में। जो उल क्या बोले? नी तू आए दस ना तन्नू मारा घर ही लब्या सी पट्टन नु, नी सत्त करता डैन भी छड्ड दे हा। जो का बकवास करी जा। तेरे तो मारे घर की खुशी देखी ना गई। क्या बोला नी तू? ना भाजा मारे घर तो, ना तो क्या करना है ये मारे घर में? या ना मारे को मारे घर में तो कहां करती थी कि मेरी बहन है 5100 रुपया ले ली मेरे तो है, 5100 ले ली। और आ सब पट्टा तेरे पाल खर्चा करा, पट्टा तेरे फाल तेरे में खर्चा। बस भी करो हुण। गल की होई है? जो अपनी मां से पूछ जिने मारे घर में टूना करया। ए नहीं तबीयत दवाया मारे घर में, जो ही है जो पवाड़े पवावा मारे घर में। बस भी कर बीबी। चाची क्यों इन्हां पखंडी साधुआं पिछे लग के अपने घर नूं बर्बाद करदी है? गुरु महाराज ने सानू गुरबाणी नाल जोड़ के जादू टोणिਆਂ ਤੋਂ दूर रहण दे ਥਾਂ-ਥਾਂ ਤੇ ਉਪਦੇਸ਼ ਦਿੱਤੇ ਨੇ। ਨਾਲੇ ਆਪਣੇ ਏਰੀਏ ਵਿੱਚ ਤਾਂ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਦਰਬਾਰ ਹੈ, ਜਿੱਥੇ ਸਿੰਘ ਸ਼ਹੀਦਾਂ ਦੀ ਅਸੀਮ ਕਿਰਪਾ ਏ। ਪਤਾ ਨਹੀਂ ਸਾਡੇ ਲੋਕਾਂ ਨੂੰ ਇੱਕ ਗੱਲ ਸਮਝ ਕਿਉਂ ਨਹੀਂ ਆਉਂਦੀ, ਸਾਡਾ ਗੁਰੂ ਪੂਰਾ, ਬਾਣੀ ਪੂਰੀ, ਸੇਵਾ ਪੂਰੀ ਤੇ ਸਿਮਰਨ ਪੂਰਾ, ਪਰ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਫੇਰ ਵੀ ਨਹੀਂ ਸਮਝਦੇ। ਬੀਬੀ मेरी एक गल मन्नो, सवेरे सवेरे इशनान पानी करके गुरुद्वारे जाया करो, पाठ करके कीर्तन सुन के सेवा करया करो, ते घर विच भी सुख शांति आऊगी। वाहिगुरु ने कृपा कीती ते बापू जी ने भी ठीक हो जाना। चलो चल चाची, जाके तैयार हो, आपां गुरुद्वारे चलिए। चलो बीबी। हो जिथों लंघदे ना रहिंदे बूटे भंगदे बाबियां नू शौक सूटे दा मेरे प्यारे, ओ बाबियां नू शौक सूटे। बाबा जी जिप्सी, जिप्सी वाला ला दे फिर। ओ बाबा जी जिप्सी आ गई। जिप्सी वाला ला दे। ओ बाबा जी पुलिस दी जिप्सी आ गई। प्यारी साध संगत, जे ਆਪਾਂ ਤੁਹਾਨੂੰ जिप्सी वाला गीत सुना दईए, मेरा मतलब बढ़िया जा भजन सुना दईए, गुस्सा तो नहीं करोगे? ओ बाबा जी डेरे च पुलिस आ गई। पुलिस ओए कोई गल नहीं भगता, पुलिस माफी मंगण आई होनी है, चलान कटता होना किसी दा। ओए 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 ओ तुसी की कर लागे यार? ओ मैं शराब दे देना, ओ पिंड दे सामने बेइज्जती होंदी है, की करदा तू? ओ तू मेनू छੱਡ, ओ छੱਡ यार, थल्ले उतर। साले ने सारी दुनिया लुट के खा ली। हां ਤੁਹਾਨੂੰ ਪਤਾ ਕੌਣ ਹੈ ਇਹ? ओ मैं दस की कीता? ਇਹਨੇ ਆਪਣੇ ਪਿੰਡ 'ਚ ਘੱਟੋ ਘੱਟ 10 ਚੋਰੀਆਂ ਕੀਤੀਆਂ ਤੇ ਸੈਂਕੜੇ ਲੋਕਾਂ ਨਾਲ ਚੱਲ ਚੱਲ। ਇਹੋ ਜਿਹੇ ਬਾਬੇ ਦੇ ਤਾਂ ਜੁੱਤੀਆਂ ਪੈਣੀਆਂ ਚਾਹੀਦੀਆਂ। ਆਰਾਮ ਨਾਲ ਗੱਲ ਕਰ ਲੋ ਯਾਰ, ਬੇਇੱਜ਼ਤੀ ਨਾ ਕਰੋ। ਬਹਿ ਜਾਓ, ਓ ਬਹਿ ਜਾਓ, ਜਾਣਾ ਨਹੀਂ, ਓ ਜਾਣਾ ਨਹੀਂ, ਡੇਰਾ ਛੱਡ ਕੇ ਨਹੀਂ ਜਾਣਾ। ਬੈਠੋ ਇੱਥੇ, ਇੱਥੇ ਬੈਠੋ, ਡੇਰਾ ਛੱਡ ਕੇ ਨਹੀਂ ਜਾਣਾ। ਹਾਂ ਵੀ ਪਿੰਡ ਵਾਲਿਓ, ਜੇ ਮੈਂ ਕਿਤੇ ਹੁਣ ਥਾਣੇਦਾਰ ਸਾਹਿਬ ਦੇ ਨਾਲ ਚਲੇ ਜਾਵਾਂ ਤਾਂ ਗੁੱਸਾ ਤਾਂ ਨਹੀਂ ਕਰੋਗੇ? ਬੇੜਾ ਬਹਿ ਜੇ ਤੁਹਾਡਾ, ਸਿੱਟੋ ਅੰਦਰ ਇਹਨੂੰ। ਸਾਰੇ ਸਾਰਾ ਪਿੰਡ ਘਰ ਕਹੂਗਾ ਉਹ ਤੁਸੀਂ ਗਊ ਵਰਗੇ ਬੰਦੇ ਨੂੰ ਫੜਾ ਕੇ ਰੱਖਤਾ। ਇਹੋ ਜਿਹੇ ਪਖੰਡੀ ਲੋਕਾਂ ਤੋਂ ਬਚੋ, ਇਹਨਾਂ ਨੇ ਸਾਰਾ ਹਿੰਦੁਸਤਾਨ ਬਰਬਾਦ ਕਰਕੇ ਰੱਖਤਾ। अच्छा बाबा जी, फिर पखंडी साध नु जेल होगी? बिल्कुल बच्चों, फिर उस पखंडी साध ने किन्ने साल जेल च ला के अपने सारे पखंडवाद त्याग के
गुरु जी दा सच्चा सिख बन गया। वाहिगुरु होए इसे ਲਈ ਤੈਨੂੰ कहने आ भगता कि शरदा दे नाल गुरु घर दी सेवा करी जा। ਤੈਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਦੋਂ ਤੇਰੇ ਕਸ਼ਟ ਦੂਰ ਹੋ ਗਏ। ਛੱਡ ਦੇ ਉਸ ਦਾਤਾ ਦੇ ਉੱਤੇ ਤੇ ਬਣ ਜਾਇਆ ਆਪ ਨਿਵਾਣਾ ਦਿਲ ਤੇਰੇ ਦੀਆਂ ਬੁੱਝਣ ਵਾਲਾ ਓ ਨਾਨਕ ਮਨ ਭਾਣਾ ਓ ਨਾਨਕ ਮਨ ਭਾਣਾ। सर जी बाबा जी ने अपनी सिक्ख्या स्कूल विच जाके ही प्राप्त कीती सी। ਪੁੱਤਰ ਜੀ ਉਸ ਵੇਲੇ ਸਕੂਲ ਕਾਲਜ ਤਾਂ ਹੁੰਦੇ ਨਹੀਂ ਸੀ। ਅਧਿਆਤਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰਾਂ ਦੀ ਵਿਦਿਆ ਧਾਰਮਿਕ ਸੰਸਥਾਵਾਂ ਵਿੱਚ ਦਿੱਤੀ ਜਾਂਦੀ ਸੀ। ਪਰ ਸਰ ਜੀ ਬੱਚਿਆਂ ਨੂੰ ਸ਼ਸਤਰਾਂ ਦੀ ਵਿਦਿਆ ਕਿਉਂ ਦਿੱਤੀ ਜਾਂਦੀ ਸੀ? ਗੋਰੀ, ਗਜਨਵੀ ਤੇ ਅਬਦਾਲੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਦੇਸ਼ ਤੇ ਕਈ ਹਮਲੇ ਕੀਤੇ ਤੇ ਭਾਰਤ ਵਾਸੀਆਂ ਨੂੰ ਮਾਰਿਆ ਜਾਂਦਾ ਸੀ, ਲੁੱਟਿਆ ਜਾਂਦਾ ਸੀ ਤੇ ਇੱਥੋਂ ਦੀ ਧੀਆਂ ਭੈਣਾਂ ਨੂੰ ਗਜਨੀ ਦੇ ਬਾਜ਼ਾਰ ਵਿੱਚ ਟਕੇ ਤੇ ਵੇਚਿਆ ਜਾਂਦਾ ਸੀ। पर सर जी ਬੱਚਿਓ ਉਸ ਵੇਲੇ ਬੱਚਿਆਂ ਨੂੰ ਸ਼ਸਤਰ ਵਿਦਿਆ ਦੇਣ ਦਾ ਮਤਲਬ ਸੀ ਕਿ ਉਹ ਇਸ ਲਾਇਕ ਹੋ ਸਕਣ ਕਿ ਹਮਲਾਵਰਾਂ ਦਾ ਮੂੰਹ ਤੋੜ ਜਵਾਬ ਦੇ ਕੇ ਗਰੀਬਾਂ, ਮਜ਼ਲੂਮਾਂ ਤੇ ਆਪਣੀਆਂ ਧੀਆਂ ਭੈਣਾਂ ਦੀ ਰੱਖਿਆ ਕਰਨ ਦੇ ਸਮਰੱਥ ਬਣ ਸਕਣ। ਪਰ ਸਰ ਜੀ ਕੀ ਉਹ ਬੱਚੇ ਵੀ ਜ਼ਾਲਮਾਂ ਨਾਲ ਲੜ ਸਕਦੇ ਸਨ? ਹਾਂ ਬੇਟਾ ਜੀ, ਤੁਹਾਨੂੰ ਦੱਸਿਆ ਤੇ ਹੈ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਬਚਪਨ ਵੇਲੇ ਬੱਚਿਆਂ ਦੀਆਂ ਟੋਲੀਆਂ ਬਣਾ ਕੇ ਯੁੱਧ ਦਾ ਅਭਿਆਸ ਕਰਿਆ ਕਰਦੇ ਸਨ ਤਾਂ ਜੋ ਸਿੱਖਾਂ ਵਿੱਚ ਨਿਤਾਣਿਆਂ, ਮਜ਼ਲੂਮਾਂ ਦੀ ਰੱਖਿਆ ਕਰਨ ਦਾ ਸੁਭਾਅ ਆ ਜਾਏ। सर जी ਉਹ ਬੱਚੇ ਉਹਨਾਂ ਜ਼ਾਲਮਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਤੇ ਦਲੇਰੀ ਰੱਖਦੇ ਸਨ। ਬਿਲਕੁਲ ਰੱਖਦੇ ਸਨ। ਤੁਹਾਨੂੰ ਦੱਸਿਆ ਤੇ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਦੀਵਾਰਾਂ ਦੇ ਵਿੱਚ ਚਿਣੇ ਗਏ ਸਨ ਪਰ ਮੁਗਲਾਂ ਦੇ ਸਾਹਮਣੇ ਉਹਨਾਂ ਕਦੇ ਇਹ ਨਹੀਂ ਸੀ ਮੰਨੀ ਤੇ ਵੱਡੇ ਸਾਹਿਬਜ਼ਾਦੇ ਉਹ ਵੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਸਨ। ਸਰ ਜੀ ਸਿੱਖ ਧਰਮ ਵਿੱਚ ਬੱਚਿਆਂ ਨੇ ਵੀ ਮਜ਼ਲੂਮਾਂ ਦੀ ਰਾਖੀ ਕੀਤੀ ਹੈ। ਹਾਂ ਬੱਚੇ, ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ ਨੂੰ ਪੁਰਾਤਨ ਸਿੰਘਾਂ ਨਾਲ ਰਹਿਣ ਕਰਕੇ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਕਰਨ ਦਾ ਸੁਭਾਅ ਪੈ ਗਿਆ ਸੀ। ਤੇ ਫਿਰ ਇੱਕ ਵਾਰ ਦੀ ਗੱਲ ਹੈ ਹੋਰ ਕਿੰਨੀ ਕੁ ਦੂਰ ਜਾਣਾ ਹੈ ਜੀ? ਬਸ ਥੋੜੀ ਦੇਰ ਹੋਰ ਫਿਰ ਆਪਾਂ ਆਰਾਮ ਕਰੇ ਲੈਣਾ। ਮੇਰੀ ਤਾਂ ਹਿੰਮਤ ਹੀ ਜਵਾਬ ਦੇਗੀ ਹੈ ਜੀ। ਮੇਰੇ ਕੋਲੋਂ ਤਾਂ ਹੋਰ 2 ਕਦਮ ਨਹੀਂ ਪੁੱਟੇ ਜਾਣੇ। ਓਹੋ, ਤੂੰ ਤਾਂ ਉਦਾਂ ਹੀ ਦਿਲ ਛੱਡੀ ਜਾਨੀ ਆ। ਮੇਰੀ ਤਾਂ ਹਿੰਮਤ ਹੀ ਜਵਾਬ ਦੇਗੀ ਆ। ਹੋ ਭਲੀਏ ਲੋਕੇ, ਕਿਹੜੀ ਗੱਲ ਕਰਦੀ ਆ ਗੁਰੂ ਘਰ ਨੇੜੇ ਹੀ ਆ। ਬਸ ਚੱਲ ਉੱਠ, ਹਿੰਮਤ ਕਰ, ਚੱਲ ਉੱਠ। ਆਪਾਂ ਜੰਗਲ ਪਾਰ ਕਰਨਾ। ਤੈਨੂੰ ਤੇ ਪਤਾ ਸਾਰਾ ਜੰਗਲ ਚੋਰਾਂ ਤੇ ਡਾਕੂਆਂ ਨਾਲ ਭਰਿਆ ਪਿਆ। ਉਹ ਤਾਂ ਤੁਸੀਂ ਠੀਕ ਕਹਿੰਦੇ ਹੋ ਜੀ, ਪਰ ਆ ਪਾਰ ਚੁੱਕ ਕੇ ਤੁਰਨ ਦੀ ਹਿੰਮਤ ਬਿਲਕੁਲ ਨਹੀਂ ਰਹੀ ਮੇਰੇ ਕੋਲ। ਕੋਈ ਨਹੀਂ, ਹਿੰਮਤ ਬਖਸ਼ਣ ਵਾਲਾ ਤੇ ਉਹ ਵਾਹਿਗੁਰੂ ਹੈ। ਬਸ ਆ ਹਿੰਮਤ ਕਰ। ਬਸ ਆ ਦਸਵੰਧ ਤੇ ਦਾਣੇ ਗੁਰੂ ਘਰ ਪਹੁੰਚਾ ਦਈਏ, ਉਹ ਤੋਂ ਬਾਅਦ ਆਪਾਂ ਆਰਾਮ ਕਰੇ ਲੈਣਾ। ਚੱਲ ਆ ਜਾ। ਵਾਹਿਗੁਰੂ 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 ਵਾਹਿਗੁਰੂ। ਤੁਹਾਨੂੰ ਪਤਾ ਨਹੀਂ ਇਹ ਇਲਾਕਾ ਡਾਕੂ ਸ਼ੇਰ ਖਾਨ ਦਾ ਹੈ। ਸ਼ੇਰ ਖਾਨ ਦਾ? ਹੋ ਭਰਾਵਾ, ਗੁਰਬਾਣੀ ਤੇ ਲਿਖਿਆ ਵੀ ਸਗਲੀ ਧਰਤੀ ਸਾਧਕੀ। ਨਾ ਦੱਸੀਏ ਫਿਰ ਤੈਨੂੰ ਕਿ ਧਰਤੀ ਸਾਧ ਦੀ ਹੈ ਕਿ ਸਾਡੇ ਸ਼ੇਰ ਖਾਨ ਦੀ। ਓਏ ਮੂਰਖੋ, ਜੋ ਕੁਝ ਵੀ ਪੱਲਿਆ ਛੇਤੀ ਕਰ ਦੋ, ਨਹੀਂ ਤਾਂ ਬਿਗੜੇ ਤਿਗੜਿਆਂ ਦਾ ਪੀਰ ਛਿੱਤਰ ਹੁੰਦਾ। ਉਹ ਤੁਹਾਨੂੰ ਸੁਣਿਆ ਨਹੀਂ ਓਏ ਕੀ ਕਿਹਾ? ਹੋ ਭਰਾਵੋ, ਕਾਨੂੰ ਗਰੀਬਾਂ ਤੇ ਜ਼ੁਲਮ ਕਰਦੇ ਹੋ? ਸਾਡੇ ਗਰੀਬਾਂ ਕੋਲ ਕੀ ਆ? ਆ ਦਾਣੇ ਸੀ, ਗੁਰੂ ਘਰ ਭੇਟਾ ਕਰਨ ਚੱਲੇ ਸੀ। ਅੱਛਾ,
ਗੁਰੂ ਘਰ ਦਸਵੰਧ ਭੇਟਾ ਕਰਨ ਚੱਲੇ ਸੀ ਤੇ ਸਾਡਾ ਦਸਵੰਧ ਕੌਣ ਦੇਗਾ ਦੱਸੋ? ਭਰਾਵੋ ਸਾਡੇ ਪੱਲੇ ਹੋਰ ਕੁਝ ਵੀ ਨਹੀਂ ਹੈ। ਨਾ ਜਿਹੜੇ ਗਹਿਣੇ ਪਾਏ ਆ ਉਤਾਰ ਕੇ ਲਾ ਦੇ ਇੱਥੇ। ਹੋ ਭਰਾਵਾ ਹਾਂ ਗਹਿਣੇ ਤੇ ਲੈ ਲਓ ਪਰ ਸਾਨੂੰ ਜਾਣ ਦਿਓ। ਪਰੇ ਮਾਰੋ। ਹਾਏ ਮੈਂ ਮਰਾਂ। ਭਰਾਵੋ ਇਹਨਾਂ ਨੂੰ ਨਾ ਮਾਰੋ। ਇਹ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੇ ਭਗਤਾਂ ਦੀ ਲਾਜ ਰੱਖ। ਛੇਤੀ ਕਰ ਲਾ ਦੇ ਸਾਰੇ ਗਹਿਣੇ, ਨਹੀਂ ਐਵੇਂ ਹੀ ਜਾਨ ਗਵਾ ਬੈਠੋਗੇ। ਓਏ ਇੱਥੇ ਕਿਸੇ ਨੇ ਨਹੀਂ ਆਉਣਾ ਤੁਹਾਡੀ ਮਦਦ ਕਰਨ ਲਈ। ਧੰਨ 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 ਬਾਬਾ ਹਨੂਮਾਨ ਜੀ, ਧੰਨ 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 ਬਾਬਾ ਹਨੂਮਾਨ ਜੀ। ਸਭ ਤੋਂ ਨਿਰਾਲੀ ਹੈ ਸਿੰਘਾਂ ਦੀ ਸ਼ਾਨ ਜੀ, ਸਭ ਤੋਂ ਨਿਰਾਲੀ ਹੈ ਸਿੰਘਾਂ ਦੀ ਸ਼ਾਨ ਜੀ। ਡੁੱਲ ਡੁੱਲ ਪੈਂਦੇ ਹਾਂ ਡੁੱਲ ਡੁੱਲ ਪੈਂਦੇ ਚਿਹਰਿਆਂ ਤੋਂ ਨੂਰ ਨੇ, ਚੜ੍ਹਦੀ ਕਲਾ 'ਚ ਰਹਿੰਦੇ ਸਿੰਘ ਸੂਰਮੇ, ਚੜ੍ਹਦੀ ਕਲਾ 'ਚ ਰਹਿੰਦੇ ਸਿੰਘ ਬੋਲੇ ਸੋ ਨਿਹਾਲ। ਓਏ ਗੱਲ ਸੁਣ, ਜੇ ਗਹਿਣੇ ਪਾਉਣ ਦਾ ਨਹੀਂ ਸ਼ੌਂਕ ਹੈ ਤਾਂ ਮਰਦਾਂ ਵਾਲੇ ਕੱਪੜੇ ਕਿਉਂ ਪਾਏ ਨੇ? ਔਰਤ ਕਿਉਂ ਨਹੀਂ ਬਣ ਜਾਂਦਾ? ਕੌਣ ਹੋ ਤੁਸੀਂ ਜਿਹੜੇ ਸਾਡੇ ਕੰਮ 'ਚ ਦਖਲ ਦੇ ਰਹੇ ਹੋ? ਅਸੀਂ ਕਲਗੀਧਰ ਦੇ ਸਿੰਘ ਹਾਂ, ਤੁਸੀਂ ਸਾਨੂੰ ਨਹੀਂ ਜਾਣਦੇ। ਓਏ ਜੇ ਸਿੰਘ ਹੋ ਤਾਂ ਜਾ ਕੇ ਕਿਸੇ ਗੁਰਦੁਆਰੇ 'ਚ ਬੈਠੋ। ਤੁਸੀਂ ਸ਼ਾਇਦ ਜਾਣਦੇ ਨਹੀਂ ਇਹ ਇਲਾਕਾ ਸ਼ੇਰ ਖਾਨ ਦਾ ਹੈ ਤੇ ਇੱਥੇ ਸਿਰਫ ਸਾਡੀ ਮਰਜ਼ੀ ਚੱਲਦੀ ਹੈ, ਸਾਡੀ। ਓਏ ਮੂਰਖੋ, ਇਹ ਇਲਾਕਾ ਸ਼ੇਰ ਖਾਨ ਦਾ ਨਹੀਂ, ਇਹ ਇਲਾਕਾ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਹੈ। ਓਏ ਕਿਹੜਾ ਗੁਰੂ? ਓਏ ਸ਼ੁਕਰ ਕਰੋ ਬਾਬਾ ਹਨੂਮਾਨ ਸਿੰਘ ਜੀ ਦੂਜੇ ਰਸਤੇ ਤੋਂ ਨਿਕਲ ਗਏ ਨੇ, ਨਹੀਂ ਤਾਂ ਹੁਣ ਤੱਕ ਤੁਹਾਡੀਆਂ ਗਰਦਨਾਂ ਧਰਤੀ ਤੇ ਸੁੱਟ ਦੇਣੀਆਂ ਸੀਗੀਆਂ। ਓਏ ਤੁਹਾਡੀ ਐਨੀ ਹਿੰਮਤ ਕਿ ਤੁਸੀਂ ਸਾਡੇ ਨਾਲ ਜਵਾਨ ਲੜਾਉਂਦੇ ਹੋ? ਚੰਗਾ ਫਿਰ ਮਰਨ ਲਈ ਤਿਆਰ ਹੋ ਜਾਓ। ਤੁਸੀਂ ਆਪਣੀ ਫਿਕਰ ਕਰੋ, ਖਾਲਸਾ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਹੈ। ਓਏ ਤੁਸੀਂ ਪਿੱਛੇ ਹੋ ਜਾਓ। ਓਏ ਇੱਕ ਨਾਲ ਇੱਕ ਲੜੇ ਮਜ਼ਾ ਤੇ ਤਾਂਯੋ ਆਉਂਦਾ। ਮੂਰਖੋ ਤੁਹਾਨੂੰ ਨਹੀਂ ਪਤਾ, ਸ਼ਕਤੀ ਅਕਾਲ ਪੁਰਖ ਦੀ, ਕਿਰਪਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਹੁਕਮ ਬਾਬਾ ਹਨੂਮਾਨ ਸਿੰਘ ਜੀ ਦਾ। ਬੋਲੇ ਸੋ ਨਿਹਾਲ। ਖਾਲਸਾ ਜੀ, ਤੁਹਾਡੇ ਤੇ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਹੈ। ਸਾਡੇ ਜਿਹੇ ਨਿਮਾਣੇ ਦੀ ਰੱਖਿਆ ਲਈ ਪ੍ਰਮਾਤਮਾ ਨੇ ਤੁਹਾਨੂੰ ਇਸ ਜੰਗਲ 'ਚ ਘੱਲਿਆ। ਭਰਾ ਜੀ, ਅਕਾਲ ਪੁਰਖ ਦੀ ਮਿਹਰ ਨਾਲ ਹੀ ਬਾਬਾ ਹਨੂਮਾਨ ਸਿੰਘ ਜੀ ਨੇ ਸਾਨੂੰ ਤੁਹਾਡੀ ਹਿਫਾਜ਼ਤ ਲਈ ਭੇਜਿਆ ਹੈ। ਭਰਾ ਜੀ, ਕਿਹੜੇ ਬਾਬਾ ਹਨੂਮਾਨ ਸਿੰਘ ਜੀ? ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਦਾ ਅਵਤਾਰ ਅਕਾਲ ਪੁਰਖ ਦੀ ਮਿਹਰ ਨਾਲ ਬਾਬਾ ਗਰਜਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਹੁਣ ਇਹ ਸਾਰੇ ਇਲਾਕੇ ਤੇ ਬਾਬਾ ਹਨੂਮਾਨ ਸਿੰਘ ਜੀ ਦੀ ਅਪਾਰ ਕਿਰਪਾ ਹੈ। ਤੂੰ ਮੇਰੋ ਪਿਆਰੋ ਪਰਮਾਤਮਾ ਬਾਬਾ ਜੀ ਹੋਰ ਭਾਗ ਲਾਵੇ। ਅੱਛਾ ਬਾਬਾ ਜੀ, ਹੁਣ ਇਹ ਦੱਸੋ ਕਿ ਬਾਬਾ ਜੀ ਨੇ ਘੋੜ ਸਵਾਰੀ ਅਤੇ ਸ਼ਸਤਰਾਂ ਦੀ ਸਿੱਖਿਆ ਲਈ ਹੋਈ ਸੀ? ਹਾਂ ਬੱਚਿਓ, ਬਾਬਾ ਜੀ ਦੇ ਪਿਤਾ ਜੀ ਸਰਦਾਰ ਗਰਜਾ ਸਿੰਘ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਸ ਵੇਲੇ ਦੇ ਹਾਲਾਤ ਕੀ ਨੇ ਤੇ ਉਹਨਾਂ ਨੂੰ ਸਿਰਫ ਅਧਿਆਤਮਕ ਵਿਦਿਆ ਹੀ ਨਹੀਂ, ਘੋੜ ਵਿਦਿਆ ਵੀ ਬੜੇ ਉੱਚ ਕੋਟੀ ਦੇ ਵਿਦਵਾਨਾਂ ਤੋਂ ਦਵਾਈ। ਇਸ ਲਈ ਤਾਂ ਦੁਸ਼ਮਣ ਹਮੇਸ਼ਾ ਬਾਬਾ ਜੀ ਤੋਂ ਡਰਦੇ ਸਨ। ਹਾਂ ਬੱਚਿਓ, ਬਾਬਾ ਜੀ ਨੇ ਤਾਂ ਛੋਟੀ ਉਮਰੇ ਹੀ ਮਾਤਾ ਪਿਤਾ ਨੂੰ ਆਖ ਦਿੱਤਾ ਸੀ ਕਿ ਉਹਨਾਂ ਨੂੰ ਤਾਂ ਗੁਰੂ ਸਾਹਿਬ ਦੀ ਆਕਾਸ਼ੀ ਫੌਜਾਂ ਦੇ ਵਿੱਚ ਭਰਤੀ ਕਰਾ ਦਿਓ ਤਾਂ ਕਿ ਉਹ ਗਰੀਬਾਂ ਅਤੇ ਮਜ਼ਲੂਮਾਂ ਦੀ ਰੱਖਿਆ ਕਰ ਸਕਣ। ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦੀ ਗੱਲ ਮੰਨ ਲਈ ਸੀ। ਮਾਤਾ ਜੀ ਨੇ ਤਾਂ ਮੋਹ ਦੇ ਵਿੱਚ ਆ ਕੇ ਕਹਿ ਦਿੱਤਾ ਸੀ ਕਿ ਮੈਂ ਪੁੱਤਰ ਨੂੰ ਕਿਤੇ ਨਹੀਂ ਭੇਜਣਾ, ਪਰ ਪਿਤਾ ਜੀ ਉਹਨਾਂ ਨੂੰ ਪਤਾ ਸੀ ਕਿ ਬਾਬਾ ਹਨੂਮਾਨ ਸਿੰਘ ਜੀ ਨੇ ਅੱਗੇ ਜਾ ਕੇ ਬਹੁਤ ਵੱਡੇ ਵੱਡੇ ਕੰਮ ਕਰਨੇ ਨੇ। ਇਸੇ ਲਈ ਉਹਨਾਂ ਨੇ ਧਰਮ ਦੇ ਮਾਰਗ ਤੇ ਕਦੇ ਵੀ ਬਾਬਾ ਜੀ ਨੂੰ ਨਹੀਂ ਰੋਕਿਆ ਸੀ। ਫੇਰ ਕੀ ਹੋਇਆ ਬਾਬਾ ਜੀ? ਬੱਚਿਓ, ਬਾਬਾ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਸਿੰਘਾਂ ਦੀ ਫੌਜ ਵਿੱਚ ਸ਼ਾਮਿਲ ਹੋਣ ਦੀ ਅਨੁਮਤੀ ਦੇ ਦਿੱਤੀ ਸੀ ਤੇ ਫਿਰ ਬਾਬਾ ਜੀ ਨੇ ਬੁੱਢਾ ਦਲ ਵਿੱਚ ਰਹਿ ਕੇ ਪੁਰਾਤਨ ਸਿੰਘਾਂ ਦੇ ਕਹੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਬੁੱਢਾ ਦਲ ਦੇ 7ਵੇਂ ਜਥੇਦਾਰ ਦੀ ਚੋਣ ਹੋਈ। ਸੁਣੋ ਸੁਣੋ ਸੁਣੋ, ਧਿਆਨ ਲਾ ਕੇ ਸੁਣੋ, ਕੰਨ ਖੋਲ ਕੇ ਸੁਣੋ। ਬੁੱਢਾ ਦਲ ਦੇ ਮਹਾਪੰਚਾਇਤ ਵੱਲੋਂ ਇਹ ਐਲਾਨ ਕੀਤਾ ਜਾਂਦਾ ਏ ਕਿ ਬੁੱਢਾ ਦਲ ਦੇ 7ਵੇਂ ਜਥੇਦਾਰ ਦੀ ਚੋਣ ਕੱਲ ਸਾਹਮਣੇ ਵਾਲੇ ਮੈਦਾਨ ਵਿੱਚ ਕੀਤੀ ਜਾਵੇਗੀ। ਸੁਣੋ ਸੁਣੋ।
ਫੌਜੀ ਸਿੰਘ ਬੁੱਢਾ ਦਲ ਦੀ ਮਹਾ ਪੰਚਾਇਤ ਵੱਲੋਂ ਤੈਅ ਕੀਤੀਆਂ ਸ਼ਰਤਾਂ ਪੂਰੀਆਂ ਕਰੇਗਾ, ਉਸੇ ਨੂੰ ਹੀ ਬੁੱਢਾ ਦਲ ਦਾ 7ਵਾਂ ਜਥੇਦਾਰ ਥਾਪਿਆ ਜਾਵੇਗਾ। ਸੁਣੋ। ਪਹਿਲੀ ਸ਼ਰਤ ਇਹ ਹੋਵੇਗੀ ਕਿ ਜਿਸ ਨੂੰ ਵੀ ਨਿਤਨੇਮ ਦੀਆਂ 5 ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਹੋਵੇਗਾ। ਦੂਜੀ ਸ਼ਰਤ ਇਹ ਹੋਵੇਗੀ ਕਿ ਜਿਹੜਾ ਸਿੰਘ ਅੰਮ੍ਰਿਤਧਾਰੀ ਅਤੇ ਰਹਿਤ ਮਰਿਆਦਾ ਵਿੱਚ ਪੂਰਨ ਹੋਵੇਗਾ। ਤੀਜੀ ਸ਼ਰਤ ਇਹ ਹੋਵੇਗੀ ਕਿ ਜਿਹੜਾ ਵੀ ਸਿੰਘ ਤਲਵਾਰਬਾਜ਼ੀ, ਘੋੜਸਵਾਰੀ, ਤੀਰ ਅੰਦਾਜ਼ੀ ਵਿੱਚ ਪੂਰਨ ਹੋਵੇਗਾ ਅਤੇ ਸਰਬੱਤ ਦਾ ਭਲਾ ਮੰਗਣ ਵਾਲਾ ਹੋਵੇਗਾ, ਉਸੇ ਫੌਜੀ ਸਿੰਘ ਨੂੰ 7ਵਾਂ ਜਥੇਦਾਰ ਥਾਪਿਆ ਜਾਵੇਗਾ। ਇਹ ਚੋਣ ਕੱਲ ਸਾਹਮਣੇ ਵਾਲੇ ਮੈਦਾਨ ਵਿੱਚ ਕੀਤੀ ਜਾਵੇਗੀ। ਸੁਣੋ। ਹਰ ਆਮ ਅਤੇ ਖਾਸ ਨੂੰ, ਦੂਰ ਅਤੇ ਪਾਸ ਨੂੰ, ਹਰ ਕਿਸੇ ਨੂੰ ਇਸ ਚੋਣ ਵਿੱਚ ਹਿੱਸਾ ਲੈਣ ਲਈ ਸੱਦਿਆ ਜਾਂਦਾ ਹੈ। ਸੁਣੋ। ਖਾਲਸਾ ਜੀ, ਫਿਰ ਕੱਲ ਦਾ ਸਮਾਗਮ ਕਿਸ ਤਰ੍ਹਾਂ ਦਾ ਰਿਹਾ? ਬਈ ਕੱਲ ਤਾਂ ਸਿੰਘਾਂ ਨੇ ਦੱਸ ਦਿੱਤਾ ਕਿ ਦੁਸ਼ਮਣ ਕਿਉਂ ਖਾਲਸਾ ਫੌਜ ਦਾ ਲੋਹਾ ਮੰਨਦਾ ਹੈ। ਅੱਛਾ, ਫਿਰ ਤਾਂ ਦੇਖਣ ਵਾਲਾ ਸੀ ਸਿੰਘਾਂ ਦਾ ਜੌ ਜਲਾਲ। ਬਿਲਕੁਲ ਭਾਈ ਸਾਹਿਬ, ਸੂਰਬੀਰਾਂ ਨੇ ਤੀਰ, ਤਲਵਾਰ ਤੇ ਘੋੜਸਵਾਰੀ ਵਿੱਚ ਦੱਸ ਦਿੱਤਾ ਕਿ ਉਹਨਾਂ ਦੇ ਉੱਤੇ 10ਵੇਂ ਪਿਤਾ ਦੀ ਅਪਾਰ ਕਿਰਪਾ ਹੈ ਤੇ ਸਾਰੇ ਸੰਸਾਰ ਵਿੱਚ ਉਹਨਾਂ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਹਾਂ, ਤਾਂ ਹੀ ਅੰਗਰੇਜ਼ ਪੰਜਾਬ ਦੀ ਧਰਤੀ ਤੇ ਪੈਰ ਰੱਖਣ ਦੀ ਹਿੰਮਤ ਨਹੀਂ ਸੀ ਕਰ ਰਹੇ। ਆਹੋ ਭਰਾਵਾ, ਜੇ ਘਰ ਦਾ ਭੇਤੀ ਨਾ ਹੁੰਦਾ ਤੇ ਲੰਕਾ ਨੂੰ ਕੌਣ ਢਾ ਸਕਦਾ ਸੀ? ਸੱਚ ਕਹਿੰਦੇ ਹੋ ਭਰਾਵੋ। ਇਹਨਾਂ ਡੋਗਰੇ ਭਰਾਵਾਂ ਨੇ ਪਤਾ ਨਹੀਂ ਅੰਗਰੇਜ਼ਾਂ ਦੇ ਨਾਲ ਕੀ ਸਮਝੌਤਾ ਕੀਤਾ ਹੋਇਆ, ਨਹੀਂ ਤਾਂ ਪੰਜਾਬੀਆਂ ਨੇ ਗਜਨੀਆਂ ਤੇ ਅਬਦਾਲੀਆਂ ਤੋਂ ਵੀ ਲੁੱਟਿਆ ਹੋਇਆ ਮਾਲ ਮੁੜ ਖੋਲਿਆ ਸੀ। ਆਹੋ, ਪੰਜਾਬ ਦੀ ਧਰਤੀ ਤੇ ਗੁਰੂਆਂ ਤੇ ਪੀਰਾਂ ਦਾ ਹੱਥ ਹੈ, ਇਹਨਾਂ ਦਾ ਮੁਕਾਬਲਾ ਕੋਈ ਦੁਸ਼ਮਣ ਨਹੀਂ ਕਰ ਸਕਦਾ। ਬਿਲਕੁਲ ਸੱਚ ਕਹਿੰਦੇ ਹੋ ਭਾਈ ਸਾਹਿਬ। ਖਾਲਸਾ ਜੀ, ਕੱਲ ਬੁੱਢਾ ਦਲ ਦਾ 7ਵਾਂ ਜਥੇਦਾਰ ਕਿਸ ਨੂੰ ਚੁਣਿਆ ਗਿਆ? ਖਾਲਸਾ ਜੀ, ਬਾਬਾ ਹਨੂਮਾਨ ਸਿੰਘ ਜੀ ਨੂੰ ਪੂਰੇ ਸਤਿਕਾਰ ਦੇ ਨਾਲ ਬੁੱਢੇ ਦਲ ਦਾ 7ਵੇਂ ਜਥੇਦਾਰ ਥਾਪਿਆ ਗਿਆ ਹੈ। ਭਰਾਵੋ, ਕੁਝ ਲੋਕ ਤਾਂ ਪਰਮਾਤਮਾ ਦੀ ਕਿਰਪਾ ਦੇ ਬਰਸਾਏ ਹੁੰਦੇ ਹਨ। ਸੱਚ ਆਖਦੇ ਹੋ ਭਰਾ। ਸਾਚੀ ਪ੍ਰੀਤ ਵਾਹਿਗੁਰੂ ਧੰਨ ਬਾਬਾ ਹਨੂਮਾਨ ਸਿੰਘ ਜੀ। ਦੱਸੋ, ਜਦੋਂ ਸਾਰਾ ਭਾਰਤ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸੀ, ਫਿਰ ਵੀ ਪੰਜਾਬ ਉਹਨਾਂ ਦੇ ਕਬਜ਼ੇ ਤੋਂ ਬਾਹਰ ਸੀ। ਬੇਟਾ, ਉਸ ਵਕਤ ਪੰਜਾਬ ਵਿੱਚ ਬਹੁਤ ਹੀ ਬਹਾਦਰ ਤੇਜਸਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਿਸ ਨੂੰ ਸਿੱਖ ਰਾਜ ਜਾਂ ਖਾਲਸਾ ਰਾਜ ਆਖਿਆ ਜਾਂਦਾ ਸੀ। ਮਹਾਰਾਜਾ ਜੀ ਦੇ ਹੁੰਦਿਆਂ ਅੰਗਰੇਜ਼ਾਂ ਨੇ ਕਦੇ ਵੀ ਪੰਜਾਬ ਵੱਲ ਦੇਖਣ ਦੀ ਹਿੰਮਤ ਨਹੀਂ ਸੀ ਕੀਤੀ। ਹਾਂ ਪੁੱਤਰ ਜੀ, ਮਹਾਰਾਜਾ ਰਣਜੀਤ ਸਿੰਘ ਜੀ ਖੁਦ ਇੱਕ ਕਾਮਯਾਬ ਤੇ ਉੱਚ ਕੋਟੀ ਦੇ ਸ਼ਾਸਕ ਸਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਬਹਾਦਰ ਜਰਨੈਲ ਸਨ, ਜਿਵੇਂ ਕਿ ਸ਼ਾਮ ਸਿੰਘ ਜੀ ਅਟਾਰੀ, ਹਰੀ ਸਿੰਘ ਨਲਵਾ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ, ਜਿਨ੍ਹਾਂ ਦੇ ਹੁੰਦਿਆਂ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਪੰਜਾਬ ਵੱਲ ਮੂੰਹ ਕਰਨ। ਅੱਛਾ ਸਰ ਜੀ, ਫੇਰ ਕੀ ਹੋਇਆ? ਫਿਰ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਅਤੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਡੋਗਰੇ ਭਰਾਵਾਂ ਦਾ ਬੋਲਬਾਲਾ ਹੋ ਗਿਆ ਅਤੇ ਲਾਲ ਸਿੰਘ, ਗੁਲਾਬ ਸਿੰਘ, ਤੇਜ ਸਿੰਘ ਅਤੇ ਧਿਆਨ ਸਿੰਘ ਸਾਰੇ ਦੇ ਸਾਰੇ ਹੀ ਅੰਗਰੇਜ਼ਾਂ ਦੇ ਨਾਲ ਜਾ ਮਿਲੇ, ਬੇਈਮਾਨ ਹੋ ਗਏ। ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਸ਼ਾਲ ਸੋਚ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਿੰਦੂ ਡੋਗਰੇ ਉਹਨਾਂ ਦੇ ਦਰਬਾਰ ਵਿੱਚ ਮੰਤਰੀ ਸਨ ਅਤੇ ਵਿਦੇਸ਼ੀ ਗੋਰੇ ਉਹਨਾਂ ਦੇ ਦਰਬਾਰ ਵਿੱਚ ਡਾਕਟਰ ਅਤੇ ਇੰਜੀਨੀਅਰ ਦਾ ਕੰਮ ਕਰਦੇ ਸਨ, ਜਿਵੇਂ ਕਿ ਫਰਾਂਸ ਅਤੇ ਜਰਮਨ ਦੇ ਲੋਕ ਉਹਨਾਂ ਦੇ ਦਰਬਾਰ ਵਿੱਚ ਆਮ ਹੀ ਦੇਖੇ ਜਾਂਦੇ ਸਨ। ਅੱਛਾ ਬਾਬਾ ਜੀ। ਸਿੱਖਾਂ ਦੀ ਵੱਧਦੀ ਤਾਕਤ ਤੋਂ ਡੋਗਰੇ ਭਰਾ ਖੁਸ਼ ਨਹੀਂ ਸਨ ਅਤੇ ਇਸੇ ਲਈ ਉਹਨਾਂ ਨੇ ਅੰਗਰੇਜ਼ਾਂ ਨਾਲ ਅੰਦਰ ਖਾਤੇ ਸਮਝੌਤਾ ਕਰ ਲਿਆ। ਫੇਰ ਤਾਂ ਡੋਗਰਿਆਂ ਨੇ ਸਿੱਖ ਫੌਜ ਨਾਲ ਹੀ ਨਹੀਂ ਸਗੋਂ ਆਪਣੇ ਪੂਰੇ ਦੇਸ਼ ਨਾਲ ਧੋਖਾ ਕੀਤਾ। ਬਿਲਕੁਲ ਪੁੱਤਰ, ਡੋਗਰੇ ਭਰਾ ਜਰਨੈਲ ਹੁੰਦੇ ਹੋਏ ਵੀ ਮੈਦਾਨੇ ਜੰਗ ਵਿੱਚੋਂ ਭੱਜ ਜਾਂਦੇ ਸਨ
ਤੇ ਉਸ ਵੇਲੇ ਬਾਬਾ ਹਨੂਮਾਨ ਸਿੰਘ ਜੀ ਇੱਕ ਮਹਾਨ ਜਰਨੈਲ ਬਣ ਕੇ ਉੱਭਰੇ ਅਤੇ ਉਹਨਾਂ ਦੇ ਹੁੰਦਿਆਂ ਹੋਇਆਂ ਅੰਗਰੇਜ਼ਾਂ ਵਿੱਚ ਬਹੁਤ ਦਹਿਸ਼ਤ ਸੀ। क्या बात है डार्लिंग, आज तुम बहुत अपसेट लग रहा है। यस डार्लिंग, बात ही कुछ ऐसी है। क्या बात है? You must tell me, हमें भी बताओ ना प्लीज। थैंक यू। डार्लिंग, हमें पता लगा है सिखों ने हनुमान सिंह को जथेदार बना दिया है। What? What do you mean? ये जथेदार कौन होता है? डार्लिंग, जथेदार बहुत ही बड़ा आदमी होता है। जथेदार उस आदमी को बनाया जाता है जो बहुत ही दलेर और खतरनाक होता है। दलेर? खतरनाक? What do you mean by दलेर and खतरनाक? Dalair and Khatanak means a person who is very cruel. ओह, फिर तो हमें फौरन यहाँ से चले जाना चाहिए। वो लोग हमें और हमारे चिल्ड्रन को मार डालेगा। No, no, darling, तुम डरो मत। ये सिख लोग लेडीज और चिल्ड्रन को नहीं मारता। ओनली खतरा तो हम लोगों के लिए है। डार्लिंग, तुम जाके टेंट में रेस्ट करो। हम इंडियन सोल्जर को बुला के कुछ इंफॉर्मेशन कलेक्ट करता है। ओके डार्लिंग। Hey man, come here. Yes sir, what do you want? तुम जथेदार हनुमान सिंह के बारे में क्या जानता है? हनुमान सिंह जी एक बहादुर जरनैल हन। ਉਹ ਮਜ਼ਲੂਮਾਂ ਤੇ ਗਰੀਬਾਂ ਦੀ ਰੱਖਿਆ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ। Okay, okay, तुम लोग जा सकता है। You may go now. ਅੰਗਰੇਜ਼ ਅਫਸਰਾਂ ਨੇ ਬਕਾਇਦਾ ਆਪਣੀ ਡਾਇਰੀ ਦੇ ਵਿੱਚ ਲਿਖਿਆ ਕਿ ਜੇਕਰ ਡੋਗਰੇ ਭਰਾ ਹਿੰਦੁਸਤਾਨ ਦੇ ਵਿੱਚ ਗੱਦਾਰੀ ਨਾ ਕਰਦੇ ਤਾਂ ਕਦੇ ਵੀ ਹਿੰਦੁਸਤਾਨ ਨੇ ਗੁਲਾਮ ਨਹੀਂ ਸੀ ਹੋਣਾ ਤੇ ਅੰਗਰੇਜ਼ ਕਦੇ ਵੀ ਹਿੰਦੁਸਤਾਨ ਤੇ ਕਾਬਜ਼ ਨਾ ਹੋ ਪਾਉਂਦੇ ਅਤੇ ਹਿੰਦੁਸਤਾਨ ਸਦਾ ਸਰਵਦਾ ਲਈ ਆਜ਼ਾਦ ਰਹਿੰਦਾ। ਉਧਰ ਮਹਾਰਾਣੀ ਜਿੰਦ ਕੌਰ ਜੀ ਨੇ ਦੇਖਿਆ ਕਿ ਰਾਜਾ ਦਲੀਪ ਸਿੰਘ ਜੀ ਨੂੰ ਸਿੱਖੀ ਕਿਰਦਾਰ ਤੋਂ ਪਤਿਤ ਕੀਤਾ ਜਾ ਚੁੱਕਾ ਹੈ। ਅੰਗਰੇਜ਼ਾਂ ਨੇ ਦਾਈ ਨੂੰ ਖਰੀਦ ਕੇ ਰਾਜੇ ਨੂੰ ਈਸਾਈ ਬਣਾ ਦਿੱਤਾ ਹੈ। ਉਹਨਾਂ ਇੱਕ ਪਾਸੇ ਰਾਜੇ ਨੂੰ ਸੰਭਾਲਣਾ ਸੀ, ਦੂਜੇ ਪਾਸੇ ਪੰਥ ਸੀ ਅਤੇ ਵਤਨ ਪ੍ਰਸਤੀ ਦਾ ਮਹਾਨ ਜਜ਼ਬਾ। ਸੋ ਫੇਰ ਮਹਾਰਾਣੀ ਜਿੰਦ ਕੌਰ ਦੀ ਚਿੱਠੀ ਬਾਬਾ ਹਨੂਮਾਨ ਸਿੰਘ ਜੀ ਕੋਲ ਪਹੁੰਚੀ। ਬਾਬਾ ਹਨੂਮਾਨ ਸਿੰਘ ਜੀ ਜੋ ਉਸ ਵੇਲੇ ਬੁੱਢਾ ਦਲ ਦੇ 7ਵੇਂ ਜਥੇਦਾਰ ਸੀ। ਸਮਾਂ ਐਸਾ ਸੀ ਬੁੱਢਾ ਦਲ ਦਾ ਜਥੇਦਾਰ ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਹੀ ਹੋਇਆ ਕਰਦਾ ਸੀ। ਬਾਬਾ ਹਨੂਮਾਨ ਸਿੰਘ ਜੀ ਨੇ ਚਿੱਠੀ ਨੂੰ ਪੜ੍ਹਿਆ। ਚਿੱਠੀ ਨੂੰ ਪੜ੍ਹਦੇ ਹੀ ਆਪਣੇ ਫਰਜ਼ ਨੂੰ ਪਛਾਣਿਆ। ਇੱਕਦਮ ਉਹਨਾਂ ਨੇ ਜਕਾਰੇ ਬੁਲਾ ਦਿੱਤੇ, ਸਿੰਘਾਂ ਨੂੰ ਨਾਲ ਲਿੱਤਾ ਤੇ ਫਿਰੋਜ਼ਪੁਰ ਦੇ ਨੇੜੇ ਮੁਦਕੀ ਅਤੇ ਫੇਰੂ ਦੀ ਥਾਂ ਤੇ ਪਹੁੰਚ ਗਏ। ਘਮਾਸਾਨ ਦਾ ਉੱਥੇ ਜੰਗ ਹੋਇਆ। ਇਸ ਜੰਗ ਵਿੱਚ ਸਿੰਘ 2 ਦਿਨ ਤੱਕ ਲਗਾਤਾਰ ਅੰਗਰੇਜ਼ੀ ਫੌਜ ਨਾਲ ਜੂਝਦੇ ਰਹੇ। ਇਸ ਘਮਾਸਾਨ ਦੇ ਜੰਗ ਵਿੱਚ ਅੱਤ ਦਾ ਕਹਿਰ ਕਮਾਇਆ ਉਹਨਾਂ ਡੋਗਰਿਆਂ ਨੇ, ਜਿਸ ਵੇਲੇ ਉਹਨਾਂ ਨੇ ਆਪਣੀਆਂ ਸੂਹਾਂ, ਅੰਦਰ ਦੀਆਂ ਸੂਹਾਂ, ਸਿੱਖ ਰਾਜ ਦੀ ਸੂਹਾਂ ਸਾਰੀਆਂ ਅੰਗਰੇਜ਼ਾਂ ਨੂੰ ਪਹੁੰਚਾ ਦਿੱਤੀਆਂ। ਅੰਗਰੇਜ਼ਾਂ ਨੇ ਆਪਣੀ ਫੌਜ ਪਹਿਲੇ ਨਾਲੋਂ ਦੁੱਗਣੀ ਕਰ ਲਈ ਸੀ। ਸਪੈਸ਼ਲ 4 ਟੁਕੜੀਆਂ ਅੰਗਰੇਜ਼ਾਂ ਨੇ ਸਿਰਫ ਉਸੇ ਥਾਂ ਨੂੰ ਜਿੱਤਣ ਲਈ ਲਾਈਆਂ ਹੋਈਆਂ ਸੀ। ਸਿੰਘਾਂ ਨੇ ਉੱਥੋਂ ਚਾਲੇ ਪਾਏ। ਜੰਗ ਮੁਦਕੀ ਤੋਂ ਤੁਰਦੀ ਹੋਈ ਪਟਿਆਲੇ ਦੁੱਖ ਨਿਵਾਰਨ ਸਾਹਿਬ ਦੇ ਨੇੜੇ ਕੜਾਮ ਵਾਲੀ ਥਾਂ ਤੇ ਪਹੁੰਚੀ। ਇਹ ਕੜਾਮ ਵਾਲੀ ਥਾਂ ਉਹ ਥਾਂ ਹੈ ਜਿੱਥੇ ਅੰਗੀਠਾ ਸਾਹਿਬ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਦੇ ਨੇੜੇ ਬਣਿਆ ਹੋਇਆ ਹੈ। 15,000 ਤੋਂ ਵੱਧ ਸਿੰਘਾਂ ਦਾ ਕੜਾਮ ਵਾਲੀ ਥਾਂ ਦੇ ਉੱਤੇ ਇਕੱਠ ਹੋਇਆ। ਇਸ ਭਾਰੀ ਇਕੱਠ ਨੂੰ ਅੰਗਰੇਜ਼ਾਂ ਨੇ 4 ਚੁਫੇਰਿਓਂ ਘੇਰ ਲਿਆ। ਡੋਗਰੇ ਭਰਾਵਾਂ ਨੇ ਐਸਾ ਕਹਿਰ ਕਮਾਇਆ ਕਿ ਪਹਿਲਾਂ ਹੀ ਉਹਨਾਂ ਨੇ ਸੂਹਾਂ ਅੰਗਰੇਜ਼ਾਂ ਨੂੰ ਦਿੱਤੀਆਂ ਹੋਈਆਂ ਸਨ। ਅੰਗਰੇਜ਼ਾਂ ਨੇ ਐਸਾ ਕਤਲੇਆਮ ਉਸ ਥਾਂ ਦੇ ਉੱਤੇ ਕੀਤਾ ਕਿ ਹਿੰਦੁਸਤਾਨ ਦੀ ਆਜ਼ਾਦੀ ਦੇ ਮਤਵਾਲਿਆਂ ਨੂੰ 15,000 ਤੋਂ ਵੱਧ ਸਿੰਘਾਂ ਨੂੰ ਇਕੱਠਾ ਇੱਕੋ ਹੀ ਥਾਂ ਦੇ ਉੱਤੇ ਕਤਲੇਆਮ ਦੇ ਜ਼ਰੀਏ ਕਤਲ ਕਰ ਦਿੱਤਾ ਗਿਆ। ਇਹ ਲੜਾਈ ਹਿੰਦੁਸਤਾਨ ਦੀ ਜੰਗ ਦੀ, ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਜੰਗ ਸੀ ਜਿਹੜੀ 1845 ਦੇ ਵਿੱਚ ਲੜੀ ਗਈ। ਜੰਗ ਉਸ ਵੇਲੇ ਤੁਰਨੀ ਸ਼ੁਰੂ ਹੋਈ। ਬਾਬਾ ਹਨੂਮਾਨ ਸਿੰਘ ਜੀ ਦੇ ਝੰਡੇ ਹੇਠ, ਖਾਲਸਾ ਪੰਥ ਦੇ ਉਸ ਝੰਡੇ ਦੇ ਹੇਠ ਜੰਗ ਨੇ ਵਧਣਾ ਸ਼ੁਰੂ ਕੀਤਾ। ਪਟਿਆਲੇ ਤੋਂ ਰਾਜਪੁਰੇ ਹੁੰਦੇ ਹੋਏ ਜੰਗ ਨਗਰ ਸੁਹਾਣੇ ਤੱਕ ਪਹੁੰਚੀ। ਨਗਰ ਸੁਹਾਣਾ ਇਹ ਥਾਂ ਜਿੱਥੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ। ਇਸ ਥਾਂ ਦੇ ਉੱਤੇ ਘਮਾਸਾਨ ਦਾ ਫਿਰ ਜੰਗ ਹੋਇਆ। ਇੱਕ ਤੋਪ ਦਾ ਗੋਲਾ 200 ਮੀਟਰ ਦੀ ਦੂਰੀ ਤੋਂ ਆ ਕੇ ਬਾਬਾ ਹਨੂਮਾਨ ਸਿੰਘ ਜੀ ਨੂੰ ਲੱਗਿਆ। ਬਾਬਾ ਜੀ ਨੇ ਪ੍ਰਭੂ ਦਾ ਸ਼ੁਕਰ ਕੀਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿ ਪਿਆਰਿਆ ਤੇਰੇ ਹੁਕਮ ਵਿੱਚ ਰਹਿੰਦਿਆਂ ਸਿੱਖੀ ਕੇਸੀ ਸੁਆਸੀ ਨਿਭ ਗਈ। ਕੈਸਾ ਨਾਮ ਉਸ ਬ੍ਰਹਮ ਗਿਆਨੀ ਸੰਤ ਸਰੂਪ ਬੁੱਢਾ ਦਲ ਦੇ 7ਵੇਂ ਜਰਨੈਲ
ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਅੰਦਰ ਚੱਲਦਾ ਹੋਏਗਾ, ਜਿਸ ਵੇਲੇ ਪ੍ਰਭੂ ਦੇ ਭਾਣੇ ਵਿੱਚ ਰਹਿੰਦਿਆਂ ਤੋਪ ਦਾ ਗੋਲਾ ਲੱਗਣ ਤੇ ਜ਼ਖਮੀ ਹੋਏ ਤੇ ਪਰਮ ਗਤੀ ਨੂੰ ਪ੍ਰਾਪਤ ਕਰ ਗਏ। ਕਾਹੇ ਮਨ ਤੂੰ ਡੋਲਤਾ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਹਰ ਮਨਸਾ ਪੂਰਨ ਹਾਰ, ਕਾਹੇ ਮਨ ਤੂੰ ਡੋਲਤਾ, ਕਾਹੇ ਮਨ ਤੂੰ ਡੋਲਤਾ। ਸਤਿਗੁਰ ਪੁਰਖ ਤੇ ਆਏ ਤੂੰ, ਸਤਿਗੁਰ ਪੁਰਖ ਤੇ ਆਏ ਤੂੰ, ਸਭ ਦੁੱਖ ਵਿਸਾਰਨ ਹਾਰ, ਸਭ ਦੁੱਖ ਵਿਸਾਰਨ ਹਾਰ, ਹਰ ਨਾਮਾ